500 ਦੇ 30 ਨੋਟ ਇਹ ਫਰਦ ਹੈ 15,000 ਦੀ ਤੇ ਵੀਵੋ ਦਾ ਮੇਰਾ ਮੋਬਾਈਲ ਹੈ। ਉਹਨਾਂ ਨੇ ਆਪਣਾ ਦਰਦ ਜਿਹੜਾ ਹੈਗਾ ਉਹ ਲੋਕਾਂ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਪੁਲਿਸ ਹੈਗੀ ਉਹ ਧੱਕਾ ਕਰਦੀ ਹੈ। 11 ਤਰੀਕ ਜੇ ਅੱਜ ਮੈਨੂੰ ਕੁਛ ਹੋ ਜਾਂਦਾ ਨਾ ਪੁਲਿਸ ਡਿਪਾਰਟਮੈਂਟ ਕੀ ਦਾ ਕੋਈ ਜ਼ਿੰਮੇਵਾਰ ਨਹੀਂ ਹੋਏਗਾ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੇ 3/8/2018 ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਮੈਂ ਕਿਸੇ ਤੋਂ 15,000 ਰੁਪਏ ਬਲੈਕਮੇਲਿੰਗ ਕਰਕੇ ਲਏ ਹੈ। ਦੋਸਤੋ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਮੈਂ ਕੀ ਕੀਤਾ ਸੀ ਤੇ ਪੁਲਿਸ ਮੁਲਾਜ਼ਮਾਂ ਨੇ ਮੇਰੇ ਨਾਲ ਕੀ ਕੀਤਾ ਸੀ। ਮੈਨੂੰ ਹਸਪੀਟਲ ਜਾਣਾ ਪਿਆ ਸੀ, 1 ਮਹੀਨਾ ਜੇਲ੍ਹ ਲਾਣੀ ਪਈ ਸੀ। ਅਸੀਂ ਸੋਚਿਆ ਸੀ ਕਿ ਮੈਡਮ ਨੀਨਾ ਮਿੱਤਲ ਜਦ ਉਰੇ ਆਣਗੇ ਐਮਐਲਏ ਵਿਧਾਇਕ ਬਣਨਗੇ ਤਾਂ ਉਹ ਸ਼ਹਿਰ ਦੇ ਬਾਰੇ ਬਹੁਤ ਕੁਝ ਸੋਚਣਗੇ। ਜਿਹੜੇ ਅਫਸਰ ਇਸ ਕੇਸ ਦੇ ਵਿੱਚ ਇਨਵੋਲਵ ਹੈ ਲਗਾਤਾਰ ਮੈਨੂੰ ਧਮਕੀਆਂ, ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਕੀ ਕੀਤਾ ਮੇਰੇ ਨਾਲ। ਇਹ ਜੋ ਮੇਰੀ ਅਸਲ ਨਾਰਾਜ਼ਗੀ ਹੈ ਜੋ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਉਹ ਮੈਂ ਤੁਹਾਨੂੰ ਦੱਸਦਾ। ਇਹ ਪੋਸਟ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਮਾਨਯੋਗ ਐਸਐਸਪੀ ਸਾਹਿਬ ਤੱਕ ਇਹਨਾਂ ਦੀ ਕਰਤੂਤ ਜਿਹੜੀ ਆ ਪਹੁੰਚ ਸਕੇ। ਤੇ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ 15,000 ਨਹੀਂ ਮੇਰੇ ਤੋਂ 45,000 ਰੁਪਏ ਮੇਰੇ ਪਾਪਾ ਤੋਂ ਲਿਆ ਸੀਗਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਮੈਨੂੰ ਕੁਝ ਹੋ ਜਾਂਦਾ ਹੈ ਇਸ ਤੋਂ ਬਾਅਦ ਇਸ ਪੋਸਟ ਤੋਂ ਬਾਅਦ ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਐਸਐਚਓ ਹੈ ਉਰੇ ਸਿਟੀ ਥਾਣੇ ਦਾ ਇਹ ਜ਼ਿੰਮੇਵਾਰ ਹੋਏਗਾ ਮੇਰੀ ਮੌਤ ਦਾ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਗੁਰਚਰਨ ਐਸਐਚਓ ਤੇ ਨਰਪਿੰਦਰ ਐਸਐਚਓ ਤੇ ਮੁੰਸ਼ੀ ਜਿਹੜਾ ਬਨੂੜ ਚ ਲੱਗਿਆ ਜਿਹੜਾ ਉਰੇ ਹੁੰਦਾ ਸੀ ਇਹ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਜੇ ਮੈਨੂੰ ਕੁਝ ਹੋ ਜਾਂਦਾ ਹੈ। ਜਦ ਤਾਂ ਮੈਡਮ ਨੀਨਾ ਮਿੱਤਲ ਉਰੇ ਐਮਐਲਏ ਨਹੀਂ ਸੀ, ਜਦ ਤਾਂ ਉਹਨਾਂ ਨੂੰ ਸਾਡੀ ਲੋੜ ਸੀ। ਅੱਜ ਉਹ ਐਮਐਲਏ ਬਣ ਚੁੱਕੇ, ਅੱਜ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ ਹੈ। ਦੇਖੋ ਇਹ ਸਿਟੀ ਥਾਣਾ ਰਾਜਪੁਰੇ ਦਾ ਇਹ ਐਸਐਚਓ ਸਾਹਿਬ ਦੀ ਗੱਡੀ ਖੜੀ ਹੈ, ਅੰਦਰ ਏਸੀ ਦੇ ਵਿੱਚ ਬੈਠੇ ਹੈ। ਮੈਨੂੰ ਧਮਕਾ ਕੇ ਬਾਹਰ ਕੱਢਤਾ ਇਹਨਾਂ ਨੇ, ਮੇਰੇ ਤੇ ਦਬਾਅ ਬਣਾ ਰਹੇ ਆ ਕਿ ਮੈਂ ਗੁਰਚਰਨ ਨਾਲ ਤੇ ਨਰਪਿੰਦਰ ਨਾਲ ਤੇ ਜਿਹੜਾ ਮੁੰਸ਼ੀ ਹੈ ਉਹਦੇ ਨਾਲ ਮੈਂ ਫੈਸਲਾ ਕਰ ਲਵਾਂ। ਪੀਏ ਬਣ ਕੇ ਮੀਰੀ ਜੀ ਬਹੁਤ ਹੰਕਾਰ ਨਾ ਕਰੋ, ਇਹ ਪਦ ਹਮੇਸ਼ਾ ਨਹੀਂ ਰਹਿਣੇ। ਹਰਦਿਆਲ ਸਿੰਘ ਕੰਬੋਜ ਐਮਐਲਏ ਅੱਜ ਐਮਐਲਏ ਨਹੀਂ ਹੈ, ਠੀਕ ਹੈ ਨਾ, ਉਹ ਵੀ ਇੱਕ ਆਮ ਇਨਸਾਨ ਵਾਂਗਰ ਹੈ। ਪ੍ਰੇਮੀ ਜੀ ਤੁਸੀਂ ਚੇਅਰਮੈਨ ਹੋ ਤਾਲਮੇਲ ਕਮੇਟੀ ਦੇ, ਜਿਸ ਤਰੀਕੇ ਨਾਲ ਪੰਜਾਬ ਦੇ ਮਾਹੌਲ ਚੱਲ ਰਿਹਾ, ਜਿਹੜਾ ਵੀ ਆਵਾਜ਼ ਚੱਕਦਾ ਹੈ, ਜਿਹੜਾ ਵੀ ਫੇਮਸ ਹੁੰਦਾ, ਜਿਹੜਾ ਪੈਸਾ ਕਮਾਉਂਦਾ ਉਹਨੂੰ ਮਾਰ ਦਿੱਤਾ ਜਾਂਦਾ ਹੈ। ਹੁਣ ਸੰਦੀਪ ਚੌਧਰੀ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਸਾਫ਼-ਸਾਫ਼ ਕਿਹਾ ਕਿ ਮੇਰੀ ਜਾਨ ਮਾਲ ਨੂੰ ਖਤਰਾ ਹੈ। ਤੁਸੀਂ ਤਾਲਮੇਲ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਦੀ ਹਿਫਾਜ਼ਤ ਕਿਸ ਤਰੀਕੇ ਨਾਲ ਕਰੋਗੇ? ਬਿਲਕੁਲ ਅਸੀਂ ਇਹਨਾਂ ਦੇ ਨਾਲ ਆ, ਸਾਰੇ ਜਿਹੜੇ ਪੱਤਰਕਾਰ ਰਾਜਪੁਰੇ ਦੇ ਜਿੰਨੇ ਆ ਸਾਰੇ ਇਹਨਾਂ ਦੇ ਨਾਲ ਆ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਹਾ ਵੀ ਜਿੱਥੇ ਵੀ ਕੋਈ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਾਰਾ ਪੱਤਰਕਾਰ ਜਿਹੜਾ ਹੈਗਾ ਰਾਜਪੁਰੇ ਦਾ ਇਹਨਾਂ ਨਾਲ ਆ। ਜਦ ਪੁਲਿਸ ਧੱਕਾ ਕਰਦੀ ਹੈ ਤਾਂ ਪੱਤਰਕਾਰ ਕੋਲ ਜਾਂਦਾ ਹੈ ਬੰਦਾ, ਪੱਤਰਕਾਰ ਉਹਦੀ ਆਵਾਜ਼ ਚੱਕਦਾ ਹੈ ਤੇ ਫਿਰ ਕਾਰਵਾਈ ਹੁੰਦੀ ਹੈ। ਪਰ ਹੁਣ ਪੁਲਿਸ ਦਾ ਮੈਟਰ ਪੱਤਰਕਾਰ ਦੇ ਨਾਲ ਹੀ ਹੈ ਤੇ ਪੱਤਰਕਾਰ ਨੇ ਆਪਣੇ ਪੇਜ ਤੇ ਆਵਾਜ਼ ਚੱਕੀ ਹੈ। ਚੈਨਲ ਨਿਊਜ਼ 89 ਰਾਜਪੁਰਾ ਦੇ ਚੀਫ ਐਡੀਟਰ ਨੂੰ ਪਈ ਮਦਦ ਦੀ ਲੋੜ। ਪੁਲਿਸ ਮਹਿਕਮੇ ਦੇ ਵੱਲੋਂ ਨਜਾਇਜ਼ ਕੀਤੇ ਜਾਣ ਦੇ ਲੱਗ ਰਹੇ ਆਰੋਪ। ਫੇਲ ਹੋਈ ਆਪ ਸਰਕਾਰ, ਨਹੀਂ ਕਰ ਸਕੀ ਸਮੇਂ ਤੋਂ ਜਲਦੀ ਧੱਕੇਸ਼ਾਹੀ ਘੱਟ। ਆਖਰ ਕਿਉਂ ਸੁਣਾਉਣੀ ਪਈ ਨਿਊਜ਼ 89 ਰਾਜਪੁਰਾ ਦੇ ਚੀਫ ਐਡੀਟਰ ਨੂੰ ਸਾਲਾਂ ਪਹਿਲਾਂ ਖਤਮ ਹੋ ਚੁੱਕੇ ਮਾਮਲੇ ਦੀ ਦਾਸਤਾਨ। ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਵੀਡੀਓ ਵੱਲ। ਦੋਸਤੋ ਮੈਂ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਦਾ ਚੀਫ ਐਡੀਟਰ ਤੇ ਤੁਹਾਡਾ ਸੇਵਾਦਾਰ। ਦੋਸਤੋ ਮੈਂ ਸਿਟੀ ਥਾਣੇ ਦੇ ਬਾਹਰ ਖੜਿਆ, ਤੁਸੀਂ ਦੇਖ ਸਕਦੇ ਹੋ ਐਸਐਚਓ ਸਾਹਿਬ ਦੀ ਗੱਡੀ ਖੜੀ ਹੈ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੇ 3/8/2018 ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਮੈਂ ਕਿਸੇ ਤੋਂ 15,000 ਰੁਪਏ ਬਲੈਕਮੇਲਿੰਗ ਕਰਕੇ ਲਏ ਹੈ। ਦੋਸਤੋ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਮੈਂ ਕੀ ਕੀਤਾ ਸੀ ਤੇ ਪੁਲਿਸ ਮੁਲਾਜ਼ਮਾਂ ਨੇ ਮੇਰੇ ਨਾਲ ਕੀ ਕੀਤਾ ਸੀ। ਤੇ ਉਰੇ ਇੱਕ ਏਐਸਆਈ ਸੀਗਾ ਉਸ ਟਾਈਮ ਨਰਪਿੰਦਰ, ਜੋ ਅੱਜ ਖਮਾਣੋ 'ਚ ਐਸਐਚਓ ਦੇ ਤੌਰ ਤੇ ਤੈਨਾਤ ਹੈ। ਤੇ ਮੇਰੇ ਨਾਲ ਕੀ ਧੱਕੇ ਹੋਏ ਸੀ ਤੁਹਾਨੂੰ ਸਾਰਾ ਪਤਾ ਹੈ। ਮੈਨੂੰ ਹਸਪੀਟਲ ਜਾਣਾ ਪਿਆ ਸੀ, 1 ਮਹੀਨਾ ਜੇਲ੍ਹ ਲਾਣੀ ਪਈ ਸੀ। ਤੇ ਉਰੇ ਦੇ ਰਾਜਨੀਤਿਕ ਲੋਕ ਸੀਗੇ ਜਿਹੜੇ ਸ਼ਹਿਰ ਦੇ ਮੌਜੂਦਾ ਵਿਧਾਇਕ ਸੀਗੇ ਤੇ ਹੋਰ ਜੋ ਵੀ ਰਾਜਨੀਤਿਕ ਬੰਦੇ ਸੀਗੇ, ਮੈਂ ਉਹਨਾਂ ਦਾ ਨਾਮ ਵੀ ਲੈਣਾ ਪਸੰਦ ਨਹੀਂ ਕਰਦਾ। ਲਾਈਵ ਹੈ, ਤੁਸੀਂ ਪਲੀਜ਼ ਮੇਰੇ ਇਸ ਲਾਈਵ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅਸੀਂ ਸੋਚਿਆ ਸੀ ਕਿ ਮੈਡਮ ਨੀਨਾ ਮਿੱਤਲ ਜਦ ਉਰੇ ਆਣਗੇ ਐਮਐਲਏ ਵਿਧਾਇਕ ਬਣਨਗੇ ਤਾਂ ਉਹ ਸ਼ਹਿਰ ਦੇ ਬਾਰੇ ਬਹੁਤ ਕੁਝ ਸੋਚਣਗੇ। ਪੁਲਿਸ ਜਿਹੜਾ ਧੱਕਾ ਕਰਦੀ ਹੈ ਉਸ ਨੂੰ ਰੋਕਣਗੇ, ਕਿਉਂਕਿ ਉਹ ਵਾਅਦੇ ਕਰਦੇ ਸੀਗੇ ਦੋਸਤੋ
ਕਿ ਜਦ ਮੈਂ ਵਿਧਾਇਕ ਬਣ ਜਾਵਾਂਗੀ ਤੇ ਸ਼ਹਿਰ ਵਿੱਚ ਧੱਕੇ ਹੋਣੇ ਬੰਦ ਹੋ ਜਾਣਗੇ। ਤਾਂ ਮੈਂ ਤੁਹਾਨੂੰ ਪੂਰੀ ਸਟੋਰੀ ਦੱਸਾਂਗਾ। ਮੇਰੇ ਹੱਥ 'ਚ ਕੁਝ ਡਾਕੂਮੈਂਟ ਵੀ ਹੈ ਉਸ ਕੇਸ ਨੂੰ ਲੈ ਕੇ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਥੋੜੇ ਦਿਨ ਪਹਿਲਾਂ ਇਹ ਕੇਸ ਜਦ ਦਾ ਚੱਲਦਾ ਰਿਹਾ, ਮੈਂ ਹਾਈ ਕੋਰਟ ਵਿੱਚ ਮੇਰੀ ਇਹ ਜਿਹੜੀ FIR ਸੀ ਇਹ ਮੇਰੀ ਕੁਆਇਸ਼ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਜਦ FIR ਜਦ ਮੇਰੀ ਕੁਆਇਸ਼ ਹੋਈ ਹੈ ਤਾਂ ਕੁਆਇਸ਼ ਹੋਣ ਤੋਂ ਬਾਅਦ ਉਹ ਮਾਨਯੋਗ ਹਾਈ ਕੋਰਟ ਵੱਲੋਂ ਰਾਜਪੁਰਾ ਦੀ ਕੋਰਟ ਦੇ ਵਿੱਚ ਇਹ ਜਿਹੜੇ ਕਾਗਜ਼ ਸੀਗੇ ਮੇਰੀ FIR ਕੈਂਸਲ ਕਰਨ ਵਾਸਤੇ ਥਾਣੇ ਦੇ ਵਿੱਚ ਭੇਜੇ ਗਏ ਸੀਗੇ। ਦੋਸਤੋ ਸਾਰੀ ਗੱਲ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਇਸ ਨੂੰ ਸ਼ੇਅਰ ਕਰਦੇ ਜਾਓ। ਜੇ ਤੁਸੀਂ ਅੱਜ ਮੇਰੀ ਮਦਦ ਕਰਨਾ ਚਾਹੁੰਦੇ ਹੋ, ਨਿਊਜ਼ 89 ਦੀ ਮਦਦ ਕਰਨਾ ਚਾਹੁੰਦੇ ਹੋ, ਜੇ ਮੈਂ ਤੁਹਾਡੀ ਕਿਤੇ ਵੀ ਥੋੜੀ ਜਿਹੀ ਵੀ ਮਦਦ ਕੀਤੀ ਹੈ ਤੇ ਮੈਂ ਇਸ ਟਾਈਮ ਸਿਟੀ ਥਾਣੇ ਦੇ ਵਿੱਚ ਖੜਿਆ। ਮੇਰੇ ਨਾਲ ਹੁਣ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਧੱਕਾ ਹੋ ਰਿਹਾ, ਧੱਕਾ ਪੁਲਿਸ ਕਰ ਰਹੀ ਹੈ। ਉਰੇ SHO ਸਾਹਿਬ ਹੈਗੇ, ਜਿਹੜੇ ਨਵੇਂ SHO ਸਾਹਿਬ ਆਏ ਹੈ, ਉਹਨਾਂ ਵੱਲੋਂ ਮੇਰੇ ਤੋਂ ਟਾਈਮ ਲਿੱਤਾ ਜਾ ਰਿਹਾ। ਟਾਈਮ ਲੈਣ ਤੋਂ ਬਾਅਦ ਜਿਹੜੇ ਅਫਸਰ ਇਸ ਕੇਸ ਦੇ ਵਿੱਚ ਇਨਵੋਲਵ ਹੈ, ਲਗਾਤਾਰ ਮੈਨੂੰ ਧਮਕੀਆਂ, ਮੈਨੂੰ ਲਾਲਚ, ਮੈਨੂੰ ਕੇਸ ਨਾ ਕਰਨ ਦੀ, ਮੈਨੂੰ ਇਸ ਤੋਂ ਕੇਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ। ਜਦ ਮਾਨਯੋਗ ਹਾਈ ਕੋਰਟ ਨੇ ਇਹ ਤੁਸੀਂ ਮੇਰੇ ਹੱਥ 'ਚ ਕਾਗਜ਼ ਦੇਖ ਰਹੇ ਹੋ, ਮਾਨਯੋਗ ਹਾਈ ਕੋਰਟ ਨੇ ਜਦ ਨੀਚੇ ਕੋਰਟ ਮਾਨਯੋਗ ਰਾਜਪੁਰੇ ਦੀ ਕੋਰਟ ਨੂੰ ਲਿਖਤਾ ਵੀ FIR ਕੈਂਸਲ ਕਰ ਦਿੱਤੀ ਜਾਵੇ। ਉਸ ਤੋਂ ਬਾਅਦ ਜਦ ਮੈਂ ਅਦਾਲਤ ਵਿੱਚ ਪੇਸ਼ ਹੁੰਦਾ, ਮੇਰਾ ਇੱਕ ਮੋਬਾਈਲ ਤੇ ਮੇਰੇ 15,000 ਰੁਪਏ ਜੋ ਇਸ ਥਾਣੇ ਦੇ ਵਿੱਚ ਇਨ ਫਰਦਾਂ, ਇਹ ਜੋ ਤੁਸੀਂ ਮੇਰੇ ਹੱਥ 'ਚ ਫਰਦ ਦੇਖ ਪਾ ਰਹੇ ਹੋ, ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣਗੇ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਫਰਦ ਹੈ। ਇਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਆਰੋਪੀ ਤੋਂ ਜਿਹੜਾ ਹੈ 15,000 ਰੁਪਏ ਜਿਹੜੇ ਹੈ ਬਰਾਮਦ ਕੀਤੇ ਗਏ ਸੀ। ਉਸ ਤੋਂ ਬਾਅਦ ਦੂਸਰੀ ਫਰਦ ਦੇ ਵਿੱਚ ਲਿਖਿਆ ਹੋਇਆ ਹੈ Vivo V9 ਕਾਲੇ ਰੰਗ ਦਾ ਮੋਬਾਈਲ ਸੀ, ਇਹ ਬਰਾਮਦ ਕੀਤਾ ਗਿਆ ਸੀਗਾ। ਤੇ PB11BB 5222 ਗੱਡੀ ਬੀਟ ਜਿਹੜੀ ਹੈ ਪੁਲਿਸ ਨੇ ਬਰਾਮਦ ਕੀਤੀ ਸੀ। ਇਹ ਜਿਹੜੀ ਬੀਟ ਗੱਡੀ ਸੀਗੀ ਇਹ ਮੈਨੂੰ ਮਾਨਯੋਗ ਕੋਰਟ ਵੱਲੋਂ ਜ਼ਮਾਨਤ ਤੇ ਗੱਡੀ ਮਿਲ ਚੁੱਕੀ ਸੀ। ਲੇਕਿਨ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਜੋ ਮੇਰਾ Vivo ਦਾ ਮੋਬਾਈਲ ਹੈ, ਜਿਸ ਵਿੱਚ ਮੇਰੇ ਡਾਕੂਮੈਂਟ ਸੀਗੇ ਤੇ ਮੇਰੇ ਬੱਚਿਆਂ ਦੀ ਫੋਟੋਆਂ ਸੀਗੀਆਂ, ਮੇਰੇ ਫੈਮਿਲੀ ਦੇ ਫੋਟੋਗ੍ਰਾਫ ਸੀਗੇ, ਹੋਰ ਵੀ ਮੇਰੀਆਂ ਬਹੁਤ ਸਾਰੀ ਚੀਜ਼ਾਂ ਸੀਗੀਆਂ। ਹਰ ਇੱਕ ਦੇ ਮੋਬਾਈਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜੋ ਸ਼ਾਇਦ ਹਰ ਇੱਕ ਕੋਈ ਗੁਪਤ ਤਰੀਕੇ ਨਾਲ ਰੱਖਦਾ ਹੈ। ਆਪਣੀ ਫੈਮਿਲੀ ਦੀ ਫੋਟੋਆਂ ਵੀ ਕਿਸੇ ਦੇ ਹੱਥ ਨਾ ਲੱਗ ਜਾਵੇ, ਲੌਕ ਵੀ ਲਾ ਕੇ ਰੱਖਦੇ ਆ ਆਪਾਂ। ਤੇ ਤੁਸੀਂ ਦੇਖ ਸਕਦੇ ਹੋ ਇਹ ਦੋਨੋਂ ਚੀਜ਼ਾਂ ਜਦ ਮੈਂ ਉਰੇ ਆਪਣਾ ਮਾਨਯੋਗ ਕੋਰਟ ਦੇ ਵਿੱਚ ਮੈਨੂੰ ਪੁੱਛਿਆ ਗਿਆ ਵੀ ਤੁਹਾਡਾ ਕੋਈ ਸਮਾਨ ਅਦਾਲਤ ਦੇ ਵਿੱਚ ਸੀਗਾ, ਤਾਂ ਮੈਂ ਇਹ ਲੈਟਰ ਆਪਣੇ ਜਿਹੜੇ ਮੇਰੇ ਵਕੀਲ ਹੈ ਰਕੇਸ਼ ਮਹਿਤਾ ਐਡਵੋਕੇਟ ਹੈ ਤੇ ਐਡਵੋਕੇਟ ਸ਼ੇਖਰ ਚੌਧਰੀ, ਉਹਨਾਂ ਵੱਲੋਂ ਜਿਹੜਾ ਹੈ ਸੁਮਿਤ ਮਹਿਤਾ ਵੱਲੋਂ ਜਿਹੜਾ ਹੈ ਐਪਲੀਕੇਸ਼ਨ ਲਾਈ ਗਈ ਸੀ ਕੋਰਟ ਦੇ ਵਿੱਚ ਵੀ ਮੇਰਾ ਮੋਬਾਈਲ ਤੇ ਮੇਰਾ Vivo ਦਾ ਮੋਬਾਈਲ ਤੇ 15,000 ਰੁਪਏ ਮੈਨੂੰ ਰਿਲੀਜ਼ ਕੀਤੇ ਜਾਣ। ਤਾਂ ਦੋਸਤੋ ਮੈਂ ਉਹ ਮੋਬਾਈਲ ਲੈ ਕੇ ਇਹ ਡਾਕੂਮੈਂਟ ਲੈ ਕੇ ਜਦ ਕੋਰਟ ਨੇ SHO ਸਾਹਿਬ ਨੂੰ, ਜਿਹੜੇ ਉਰੇ ਨਵੇਂ SHO ਸਾਹਿਬ ਲੱਗੇ ਆ, ਇਹਨਾਂ ਨੂੰ ਕਿਹਾ ਕਿ ਰਿਪੋਰਟ ਦਿੱਤੀ ਜਾਵੇ। 6 ਤਰੀਕ ਪਈ ਸੀ ਉਹਦੀ ਵੀ ਇਹਨਾਂ ਨੇ ਰਿਪੋਰਟ ਦੇਣੀ ਸੀਗੀ। ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਕੀ ਕੀਤਾ ਮੇਰੇ ਨਾਲ। ਇਹ ਜੋ ਮੇਰੀ ਅਸਲ ਨਾਰਾਜ਼ਗੀ ਹੈ ਜੋ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਉਹ ਮੈਂ ਤੁਹਾਨੂੰ ਦੱਸਦਾ। ਇਹ ਪੋਸਟ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਮਾਨਯੋਗ SSP ਸਾਹਿਬ ਤੱਕ ਇਹਨਾਂ ਦੀ ਕਰਤੂਤ ਜਿਹੜੀ ਆ ਪਹੁੰਚ ਸਕੇ। ਇਹ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਰਿਪੋਰਟ ਜਿਹੜੀ ਸੀ ਨਹੀਂ ਭੇਜੀ। ਬੜਾ ਮਕਸਦ ਸੀਗਾ ਨਾ ਭੇਜਣ ਦਾ। ਪਹਿਲਾਂ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਉਰੇ ਮਾਨਯੋਗ ਕੋਰਟ ਵੱਲੋਂ ਉਰੇ ਲੇਟ ਹੋ ਗਈ ਹੈ, ਉਰੇ ਐਪਲੀਕੇਸ਼ਨ ਨਹੀਂ ਆਈ। ਜਦ ਸੋਮਵਾਰ ਨੂੰ 6 ਤਰੀਕ ਨੂੰ ਕੋਰਟ ਦੇ ਵਿੱਚ ਐਪਲੀਕੇਸ਼ਨ ਜਾਣੀ ਸੀ ਇਹਨਾਂ ਵੱਲੋਂ SHO ਸਾਹਿਬ ਵੱਲੋਂ, ਤਾਂ ਮੈਂ ਸੰਡੇ ਨੂੰ ਉਰੇ ਆਨਾ, ਸੰਡੇ ਨੂੰ ਆ ਕੇ ਡਾਕੂਮੈਂਟ ਦੇਖਦਾ ਆਪਣੇ ਤੌਰ ਤੇ ਵੀ ਮੇਰੀ ਰਿਪੋਰਟ ਆਈ ਹੈ। ਇਹ ਕਹਿੰਦੇ ਵੀ ਉਰੇ ਕੋਈ ਰਿਪੋਰਟ ਨਹੀਂ ਆਈ। ਜਦ ਸਵੇਰੇ 6 ਵਜੇ ਮੈਂ ਸੋਚਿਆ ਵੀ ਸ਼ਾਇਦ ਰਿਪੋਰਟ ਹੋ ਕੇ ਚਲੀ ਗਈ ਹੋਣੀ। ਉਸ ਤੋਂ ਬਾਅਦ ਜਦ ਮੈਂ ਮਾਨਯੋਗ ਕੋਰਟ ਦੇ ਵਿੱਚ ਜਾਣਾ 6 ਤਰੀਕ ਨੂੰ ਜਦ ਆਵਾਜ਼ ਪੈਂਦੀ ਆ ਤਾਂ ਕੋਰਟ ਵੱਲੋਂ ਮੈਨੂੰ 14 ਤਰੀਕ ਪਾ ਦਿੱਤੀ ਜਾਂਦੀ ਹੈ ਅਦਾਲਤ ਵਿੱਚ ਵੀ ਤੁਹਾਡੀ 14 ਤਰੀਕ ਨੂੰ ਤੁਸੀਂ ਪੇਸ਼ ਹੋਣਾ ਹੈ। ਮੈਂ ਉੱਥੋਂ ਪੁੱਛਿਆ ਅਦਾਲਤ ਤੋਂ ਵੀ ਮੇਰੀ 14 ਤਰੀਕ ਕਿਉਂ ਪਈ ਹੈ, ਕਿਉਂਕਿ ਰਿਪੋਰਟ ਮੇਰੀ 6 ਤਰੀਕ ਨੂੰ ਆਣੀ ਸੀਗੀ। ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੀ ਰਿਪੋਰਟ ਜਿਹੜੀ ਹੈ ਥਾਣੇ ਵੱਲੋਂ ਨਹੀਂ ਦਿੱਤੀ ਗਈ। ਤਾਂ ਇਹਨਾਂ ਨੇ ਦੁਬਾਰਾ ਜਿਹੜਾ ਹੈ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ 14 ਤਰੀਕ ਨੂੰ ਰਿਪੋਰਟ ਦੇਣ ਵਾਸਤੇ ਭੇਜਿਆ। ਲੇਕਿਨ ਮੈਂ ਤੁਹਾਨੂੰ ਦੱਸਦਾ ਜਦ 6 ਤਰੀਕ ਪਈ ਸੀ ਉਸ ਤੋਂ ਪਹਿਲਾਂ ਮੈਨੂੰ SHO ਸਾਹਿਬ ਨੇ ਆਪ ਅੰਦਰ ਰਜਿਸਟਰ ਦੇਖਣ ਨੂੰ ਕਿਹਾ ਸੀ ਵੀ ਜਾ ਕੇ ਦੇਖੋ ਵੀ ਅੰਦਰ ਤੁਹਾਡਾ ਮੋਬਾਈਲ ਤੇ ਪੈਸੇ ਜਿਹੜੇ 15,000 ਰੁਪਏ ਜਮ੍ਹਾਂ ਵੀ ਹੈ ਜਾਂ ਨਹੀਂ ਹੈ। ਜਦ ਮੈਂ ਮੈਡਮ ਜਿਹੜੇ ਉਹਦੇ ਮੁਨਸ਼ੀ ਮੈਡਮ ਹੈਗੇ ਉਹਨਾਂ ਕੋਲ ਜਾਣਾ, ਉਹਨਾਂ ਵੱਲੋਂ ਮੈਨੂੰ ਰਜਿਸਟਰ ਦਿਖਾਇਆ ਜਾਂਦਾ। ਮੇਰੇ ਨਾਲ ਪੱਤਰਕਾਰ ਦਇਆ ਸਿੰਘ ਉਰੇ ਮੌਜੂਦ ਸੀ ਸਾਰੇ ਐਪੀਸੋਡ ਦੇ ਵਿੱਚ। ਤਾਂ ਮੈਂ ਜਦ ਦੇਖਿਆ ਉਹਦੇ ਵਿੱਚ ਮੇਰਾ Vivo ਦਾ ਮੋਬਾਈਲ ਤੇ 15,000 ਰੁਪਏ ਨਹੀਂ ਸੀ ਜਮ੍ਹਾਂ। ਤੇ ਜਦ ਮੈਂ ਉਰੇ ਕੁਝ ਮੁਲਾਜ਼ਮਾਂ ਨੂੰ ਪੁੱਛਿਆ ਕਿ ਇਹ ਮੇਰੇ ਜਮ੍ਹਾਂ ਨਹੀਂ ਹੈ ਤਾਂ
ਇਹ ਮੈਨੂੰ ਕਿੱਥੋਂ ਮਿਲੇਗਾ? ਕਹਿੰਦੇ ਵੀ ਇਹ ਉਹਨਾਂ ਵੱਲੋਂ ਲੱਗਦਾ ਜਮ੍ਹਾਂ ਨਹੀਂ ਕਰਾਏ ਗਏ, ਉਹ ਲੱਗਦਾ ਇਸ ਨੂੰ ਖੁਰਦ-ਪੁਰਦ ਕਰ ਗਏ ਹੈ। ਤੇ ਉਸ ਤੋਂ ਬਾਅਦ ਜਿਹੜੀ ਅਸਲੀ ਕਹਾਣੀ ਸ਼ੁਰੂ ਹੋਈ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਗੁਰਚਰਨ ਜੀ ਹੈਗੇ ਉਹ ਵੀ SHO ਲੱਗੇ ਹੋਏ ਹੈ। ਜਿਹੜਾ ਨਰਪਿੰਦਰ ASI ਸੀਗਾ ਉਰੇ, ਜਿਹੜਾ IO ਸੀ ਮੇਰੇ ਕੇਸ ਦੇ ਵਿੱਚ, ਉਹ ਅੱਜ ਕੱਲ੍ਹ ਖਮਾਣੋ SHO ਹੈ। ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਵੀ ਅਫਸਰ ਹੁੰਦੇ ਆ ਵੱਡੀ ਪਹੁੰਚ ਰੱਖਦੇ ਆ, ਤੇ ਉਹਨਾਂ ਵੱਲੋਂ ਵੀ ਸ਼ਾਇਦ SHO ਸਾਹਿਬ ਨੂੰ ਪਹੁੰਚ ਲਾਈ ਗਈ ਹੋਵੇ ਵੀ ਪਤਾ ਵੀ ਉਹਨਾਂ ਨੂੰ ਵੀ ਹੁਣ ਇਹ ਅਸੀਂ ਜਮ੍ਹਾਂ ਨਹੀਂ ਕਰਾਇਆ, ਮੋਬਾਈਲ ਮਿਲ ਨਹੀਂ ਰਿਹਾ ਤੇ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਹੋ ਸਕਦੀ ਹੈ, ਕਿਉਂਕਿ ਹੁਣ ਤੱਕ ਮੋਬਾਈਲ ਦਾ ਕੋਈ ਪਤਾ ਨਹੀਂ ਹੈ ਵੀ ਮੋਬਾਈਲ ਹੈ ਕਿੱਥੇ। ਤੇ ਉਰੇ ਮੇਰੀ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ ਹੈ। ਇਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਮੋਬਾਈਲ ਤੇ 15000 ਰੁਪਏ ਨਹੀਂ ਦੇਵਾਂਗੇ ਤਾਂ ਸਾਡੇ ਤੇ ਕਾਰਵਾਈ ਹੋਏਗੀ। ਤਾਂ ਜਦ ਮੈਂ SHO ਸਾਹਿਬ ਨੂੰ ਕਿਹਾ ਵੀ ਤੁਸੀਂ ਰਿਪੋਰਟ ਕਰਕੇ ਦਿਓ ਜੋ ਰਜਿਸਟਰ ਦੇ ਵਿੱਚ ਲਿਖਿਆ ਹੋਇਆ ਵੀ ਮੈਂ ਗੱਡੀ ਲੈ ਕੇ ਗਿਆ, ਮੇਰੀ ਜ਼ਮਾਨਤ ਤੇ ਗੱਡੀ ਮਿਲ ਚੁੱਕੀ ਹੈ, ਤੇ ਬਾਕੀ ਜੋ ਵੀ ਮੇਰਾ ਮੋਬਾਈਲ ਹੈ ਜਾਂ ਮੇਰੇ ਪੈਸੇ ਹੈ ਉਹ ਨਹੀਂ ਹੈ, ਤਾਂ ਤੁਸੀਂ ਮੈਨੂੰ ਇਹ ਚੀਜ਼ ਲਿਖ ਕੇ ਦਿਓ ਵੀ ਰਿਪੋਰਟ ਭੇਜ ਦਿਓ ਵੀ ਉਰੇ ਨਹੀਂ ਹੈ, ਚਾਹੇ ਉਹ ਆ ਕੇ ਉੱਥੇ ਜਮ੍ਹਾਂ ਕਰਾਉਣ। ਹੁਣ ਜੋ ਮੈਨੂੰ ਲੱਗਦਾ ਹੈ, ਜੋ ਮੇਰਾ ਮਨ ਕਹਿ ਰਿਹਾ, ਜੋ ਮੈਨੂੰ ਸ਼ੰਕਾ ਹੋ ਰਹੀ ਹੈ ਕਿ ਹੁਣ ਇਹ ਕਿਤੇ ਨਾ ਕਿਤੋਂ ਇਹ ਚੀਜ਼ਾਂ ਪੁਰਾਣੀ ਡੇਟਾਂ ਦੇ ਵਿੱਚ ਪਾ ਕੇ ਮਾਨਯੋਗ ਅਦਾਲਤ ਨੂੰ ਜਿਹੜਾ ਹੈ ਇੱਕ ਤਰ੍ਹਾਂ ਦਾ ਉਹਨਾਂ ਦੇ ਅੱਖਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵੀ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਪਈਆਂ ਸੀ। ਦੋਸਤੋ, ਮੈਂ ਤੇ ਦਇਆ ਸਿੰਘ ਪੱਤਰਕਾਰ ਜਿਹੜੇ ਸੀਗੇ ਤੇ ਉਰੇ ਕੁਝ ਮੁਲਾਜ਼ਮ ਸੀ, ਉਹਨਾਂ ਨੇ ਦੇਖਿਆ ਸੀ ਕਿ ਉਰੇ ਫਰਦ ਵਿੱਚ ਤਾਂ ਇਹ ਚੀਜ਼ਾਂ ਸੀਗੀਆਂ, ਲੇਕਿਨ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ। ਤਾਂ ਪਲੀਜ਼ ਮੈਂ ਤੁਹਾਨੂੰ ਗੱਲ ਕਰਦੇ ਕਰਦੇ ਫੇਰ ਕਹਿ ਰਿਹਾ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪੋਸਟ ਨੂੰ ਸ਼ੇਅਰ ਕਰੋ। ਮੈਨੂੰ ਅੱਜ ਤੁਹਾਡੀ ਬਹੁਤ ਲੋੜ ਹੈ। ਮੈਂ ਹਮੇਸ਼ਾ ਤੁਹਾਡੇ ਇੱਕ ਆਵਾਜ਼ ਤੇ ਖੜਾ ਹੁੰਦਾ, ਅੱਜ ਮੈਨੂੰ ਤੁਹਾਡੀ ਲੋੜ ਹੈ। ਇਹਨੂੰ ਇੰਨਾ ਸ਼ੇਅਰ ਕਰ ਦਿਓ ਕਿ ਇਹ ਜਿਹੜੇ SHO ਸਾਹਿਬ ਉਰੇ ਬੈਠੇ ਇਹਨਾਂ ਨੂੰ ਜਵਾਬ ਦੇਣਾ ਪਵੇ ਵੀ ਇਹਨਾਂ ਨੇ ਮੈਨੂੰ ਅੱਜ ਇੰਨੇ ਦਿਨਾਂ ਤੋਂ ਕਿਉਂ ਪਾਗਲ ਬਣਾਇਆ ਹੋਇਆ ਹੈ। ਇਹ ਡਾਕੂਮੈਂਟ ਲੈ ਕੇ ਮੈਂ ਸਵੇਰ ਦਾ ਉਰੇ ਅੱਜ 12 ਵਜੇ ਦਾ ਬੈਠਾ। ਇਹਨਾਂ ਨੇ ਮੈਨੂੰ ਉਸ ਦਿਨ ਵੀ ਕਿਹਾ ਸੀ ਵੀ ਕੱਲ ਗੁਰਚਰਨ ਤੇ ਨਰਪਿੰਦਰ ਤੇ ਜਿਹੜਾ ਮੁੰਸ਼ੀ ਸੀ ਉਸ ਟਾਈਮ ਦਾ, ਇਹ ਉਰੇ ਆ ਰਿਹਾ ਸੀ ਕਿ ਇਹਨਾਂ ਦਾ ਫਰਜ਼ ਬਣਦਾ ਮੈਨੂੰ ਇਹ ਵਾਲੀ ਗੱਲ ਕਹਿਣ ਦਾ ਵੀ ਮੈਂ ਉਹਨਾਂ ਨੂੰ ਮਿਲਾਂ, ਉਹ ਮੇਰੇ ਨਾਲ ਫੈਸਲਾ ਕਰਨ ਆ ਕੇ। ਕਿਉਂਕਿ ਇਸ ਤੋਂ ਬਾਹਰ ਵੀ, ਥਾਣੇ ਤੋਂ ਬਾਹਰ ਵੀ ਮੈਨੂੰ ਲਗਾਤਾਰ SHO ਗੁਰਚਰਨ, ਨਰਪਿੰਦਰ ਤੇ ਜਿਹੜਾ ਮੁੰਸ਼ੀ ਹੈ, ਲਗਾਤਾਰ ਬੰਦੇ ਮੇਰੇ ਕੋਲ ਭੇਜ ਕੇ ਮੈਨੂੰ ਲਗਾਤਾਰ ਜਿਹੜਾ ਹੈ ਇਹ ਫੈਸਲਾ ਕਰਨ ਵਾਸਤੇ ਮਜਬੂਰ ਕਰ ਰਹੇ ਆ ਵੀ ਤੂੰ ਚਾਹੇ ਮੋਬਾਈਲ ਜਿਹੜਾ ਮਰਜ਼ੀ ਲੈ ਲੈ, ਜਾਂ ਪੈਸੇ ਜਿਹੜੇ ਸੀਗੇ ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ 15000 ਨਹੀਂ, ਮੇਰੇ ਤੋਂ 45000 ਰੁਪਏ ਮੇਰੇ ਪਾਪਾ ਤੋਂ ਲਿਆ ਸੀਗਾ ਤੇ ਮੇਰੇ ਵਕੀਲ ਆਪ ਦੇ ਕੇ ਗਏ ਸੀ ਨਰਪਿੰਦਰ ਨੂੰ। ਇਹਨਾਂ ਨੇ 15000 ਰੁਪਏ ਮੇਰੇ ਤੇ ਪਾਇਆ ਸੀ ਫਰਦ ਦੇ ਵਿੱਚ, ਉਹ ਵੀ ਅੰਦਰ ਨਹੀਂ ਹੈ, ਇਹ ਉਹ ਵੀ ਖਾ ਗਏ। ਠੀਕ ਹੈ ਜੀ, ਇੰਨਾ ਮੇਰੇ ਨਾਲ ਧੱਕਾ ਹੋਇਆ, ਇੰਨਾ ਸਭ ਕੁਝ ਹੋਇਆ। ਅੱਜ ਮੈਂ ਤੁਹਾਡੀ ਮਦਦ ਮੰਗ ਰਿਹਾ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜੋ ਇਹ SHO ਸਾਹਿਬ ਇਹ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਅਫਸਰਾਂ ਦੀ, ਇਹ ਨਾ ਹੋ ਸਕੇ। ਹੁਣ ਜਦ ਇਹਨਾਂ ਨੇ ਮੈਨੂੰ ਬੁਲਾਇਆ ਸੀ ਤਾਂ ਹੁਣ ਵੀ ਇਹਨਾਂ ਨੇ ਮੈਨੂੰ ਅੰਦਰ ਉੱਚੀ ਆਵਾਜ਼ ਦੇ ਵਿੱਚ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਕੋਸ਼ਿਸ਼ ਕਰ ਰਹੇ ਆ ਕਿ ਉਹ ਮੇਰੇ ਨਾਲ ਇਸ ਤੋਂ ਪਹਿਲਾਂ ਫੈਸਲਾ ਕਰ ਲੈਣ, 14 ਤਰੀਕ ਤੋਂ ਪਹਿਲਾਂ ਫੈਸਲਾ ਕਰ ਲੈਣ ਵੀ ਤਾਂ ਕਿ ਮੈਂ ਇਹ ਲਿਖ ਕੇ ਦੇ ਦਾਂ ਕਿ ਮੇਰਾ ਮੋਬਾਈਲ ਤੇ 15000 ਰੁਪਏ ਮੈਨੂੰ ਮਿਲ ਗਏ ਹੈ। ਲੇਕਿਨ ਦੋਸਤੋ, ਮੇਰੀ ਜਾਨ ਚਲੀ ਜਾਵੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਮੈਨੂੰ ਕੁਝ ਹੋ ਜਾਂਦਾ ਹੈ ਇਸ ਤੋਂ ਬਾਅਦ, ਇਸ ਪੋਸਟ ਤੋਂ ਬਾਅਦ, ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ SHO ਹੈ ਉਰੇ ਸਿਟੀ ਥਾਣੇ ਦਾ, ਇਹ ਜ਼ਿੰਮੇਵਾਰ ਹੋਏਗਾ ਮੇਰੀ ਮੌਤ ਦਾ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਗੁਰਚਰਨ SHO ਤੇ ਨਰਪਿੰਦਰ SHO ਤੇ ਮੁੰਸ਼ੀ ਜਿਹੜਾ ਬਨੂੜ ਚ ਲੱਗਿਆ ਜਿਹੜਾ ਉਰੇ ਹੁੰਦਾ ਸੀ, ਇਹ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਜੇ ਮੈਨੂੰ ਕੁਝ ਹੋ ਜਾਂਦਾ ਹੈ। ਤਾਂ ਮੈਂ ਤੁਹਾਨੂੰ ਦੱਸ ਦਵਾਂ, ਮੈਨੂੰ ਲਗਾਤਾਰ ਥ੍ਰੈਟ ਆ ਰਹੇ ਹੈ, ਲਗਾਤਾਰ ਇਹ ਅਫਸਰਾਂ ਦੇ ਨਾਲ ਜਿਹੜਾ ਅਫਸਰ ਫਸ ਰਹੇ ਹੈ ਇਸ ਚੀਜ਼ 'ਚ, ਇਹ ਬੜੀ ਕੋਸ਼ਿਸ਼ ਕਰ ਰਹੇ ਆ ਵੀ ਪਿਆਰ ਨਾਲ ਮਨਾ ਲਈਏ ਜਾਂ ਕਿਸੇ ਹੋਰ ਤਰੀਕੇ ਨਾਲ ਮਨਾ ਲਈਏ। ਜੇ ਮੇਰੇ ਤੇ ਨਜਾਇਜ਼ ਪਰਚੇ ਵੀ ਇਹ ਦੇ ਸਕਦੇ ਆ, ਲੇਕਿਨ ਮੈਂ ਪਹਿਲਾਂ ਵੀ ਨਜਾਇਜ਼ ਪਰਚੇ ਤੋਂ ਡਰਿਆ ਨਹੀਂ ਸੀ ਤੇ ਮੈਂ ਹੁਣ ਵੀ ਨਹੀਂ ਡਰਾਂਗਾ। ਤੇ ਮੈਂ ਇਹ ਚੀਜ਼ਾਂ ਲੈ ਕੇ ਮਾਨਯੋਗ SSP ਕੋਲ ਜਾਊਂਗਾ, IG ਸਾਹਿਬ ਕੋਲ ਜਾਊਂਗਾ, ਚਾਹੇ ਮੈਨੂੰ ਭਗਵੰਤ ਮਾਨ ਕੋਲ ਜਾਣਾ ਪਵੇ ਤਾਂ ਮੈਂ ਉਹ ਵੀ ਜਾਊਂਗਾ। ਕਿਉਂਕਿ ਮੈਂ ਤੁਹਾਨੂੰ ਦੱਸਦਾ, ਮੇਰੀ ਮੈਡਮ ਨੀਨਾ ਮਿੱਤਲ ਨੇ ਵੀ ਨਹੀਂ ਸੁਣੀ, ਕਿਉਂਕਿ ਮੈਂ ਮੈਡਮ ਨੀਨਾ ਮਿੱਤਲ ਨੂੰ ਕੱਲ ਦਾ ਫੋਨ ਮਿਲਾ ਰਿਹਾ, ਮੈਡਮ ਨੀਨਾ ਮਿੱਤਲ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਜਦ ਤਾਂ ਮੈਡਮ ਨੀਨਾ ਮਿੱਤਲ ਉਰੇ MLA ਨਹੀਂ ਸੀ, ਜਦ ਤਾਂ ਉਹਨਾਂ ਨੂੰ ਸਾਡੀ ਲੋੜ ਸੀ, ਅੱਜ ਉਹ MLA ਬਣ ਚੁੱਕੇ, ਅੱਜ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ ਹੈ, ਕੋਈ ਜਨਤਾ ਦੀ ਕੋਈ ਸੁਣਵਾਈ ਨਹੀਂ ਹੈ। ਇੱਕ ਪੱਤਰਕਾਰ ਜਿਹੜਾ ਹੈ ਇਨਸਾਫ ਦੀ ਮੰਗ ਕਰ ਰਿਹਾ, ਉਹਨੂੰ ਉਹ ਇਨਸਾਫ ਨਹੀਂ ਮਿਲ ਰਿਹਾ, ਤੇ ਇੱਕ ਆਮ ਆਦਮੀ ਨੂੰ ਉਸ ਥਾਣੇ ਦੇ ਵਿੱਚ ਕਿਆ ਇਨਸਾਫ ਮਿਲੇਗਾ? ਦੇਖੋ, ਇਹ ਸਿਟੀ ਥਾਣਾ ਰਾਜਪੁਰੇ ਦਾ, ਇਹ SHO ਸਾਹਿਬ ਦੀ ਗੱਡੀ ਖੜੀ ਹੈ, ਅੰਦਰ AC ਦੇ ਵਿੱਚ ਬੈਠੇ ਹੈ, ਮੈਨੂੰ ਧਮਕਾ ਕੇ ਬਾਹਰ ਕੱਢਤਾ ਇਹਨਾਂ ਨੇ, ਮੇਰੇ ਤੇ ਦਬਾਅ ਬਣਾ ਰਹੇ ਆ ਕਿ ਮੈਂ ਗੁਰਚਰਨ ਨਾਲ ਤੇ ਨਰਪਿੰਦਰ ਨਾਲ ਤੇ ਜਿਹੜਾ ਮੁੰਸ਼ੀ ਆ ਉਹਦੇ ਨਾਲ ਮੈਂ ਫੈਸਲਾ ਕਰ ਲਵਾਂ। ਠੀਕ ਹੈ, ਉਹ ਕਦੀ ਨਹੀਂ ਹੋਏਗਾ ਜ਼ਿੰਦਗੀ 'ਚ, ਮੈਂ ਪਹਿਲਾਂ ਦੱਸ ਰਿਹਾ। ਤੇ ਮੈਂ ਹੁਣ ਆਪਣੀ ਕਾਰਵਾਈ ਸ਼ੁਰੂ ਕਰਨ ਲੱਗਿਆ, ਮੈਂ ਐਫੀਡੇਵਿਟ ਦਊਂਗਾ ਵੀ ਇਹਨਾਂ ਨੇ ਮੇਰੇ ਨਾਲ ਧੱਕਾ ਕਰਿਆ, ਮੇਰੇ ਤੇ ਜੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਉਹ ਮੈਨੂੰ ਪਹਿਲਾਂ ਤਾਂ ਮਿਲਿਆ ਨਹੀਂ ਸੀ। ਹੁਣ ਮੈਂ ਸੋਚਿਆ ਸੀ ਕਿ ਇਸ ਤਰੀਕੇ ਨਾਲ ਮੈਂ ਅਫਸਰਾਂ ਨੂੰ ਜਿਹੜਾ ਹੈ ਇੱਕ ਮਹਿਸੂਸ ਕਰਾਵਾਂਗਾ ਵੀ ਮੇਰੇ ਤੇ ਤੁਸੀਂ ਗਲਤ ਪਰਚਾ ਦਿੱਤਾ ਸੀ ਉਸ ਟਾਈਮ ਰਾਜਨੀਤਿਕ ਸ਼ਹਿ ਦੇ ਥੱਲੇ ਆ ਕੇ। ਕਿਆ ਉਹ ਤੁਹਾਡੀ ਮਦਦ ਕਰਨਗੇ? ਅੱਜ ਆ ਕੇ ਵਿਧਾਇਕ ਸਾਹਿਬ ਤੁਹਾਡੀ ਮਦਦ ਕਰਨਗੇ ਜਿਨ੍ਹਾਂ ਦੇ ਕਹਿਣ ਤੋਂ ਤੁਸੀਂ ਮੇਰੇ ਤੇ ਪਰਚਾ ਦਿੱਤਾ ਸੀਗਾ? ਮੈਂ ਤੁਹਾਨੂੰ ਦੱਸ ਦਵਾਂ ਦੋਸਤੋ, ਇਸ ਤੋਂ ਬਾਅਦ ਸ਼ਾਇਦ ਮੇਰੇ ਤੇ ਕੋਈ ਹੋਰ ਨਵਾਂ ਪਰਚਾ ਹੋ ਜਾਵੇ, ਨਜਾਇਜ਼ ਪਰਚਾ ਦੇ ਦੇਣ,
ਕਿ ਮੈਂ ਇਹ ਫੈਸਲਾ ਕਰ ਲਵਾਂ। ਮੈਂ ਤੁਹਾਨੂੰ ਦੱਸ ਦਵਾਂ, ਮੈਂ ਦਬਾਂਗਾ ਨਹੀਂ, ਨਾ ਮੈਂ ਪਹਿਲਾਂ ਕਦੀ ਦਬਿਆ। ਨਿਊਜ਼ 89 ਦੀ ਆਵਾਜ਼ ਬੁਲੰਦ ਹੈ ਤੇ ਆਵਾਜ਼ ਬੁਲੰਦ ਰਹੇਗੀ। ਦੋਸਤੋ, ਮੈਂ ਕੱਲ ਵੀ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਸੀਗੀ, ਇਹ ਸਿਰਫ ਐਸਐਚਓ ਸਾਹਿਬ ਕਰਕੇ। ਅੱਜ ਮੈਨੂੰ ਧਮਕਾ ਕੇ ਬਾਹਰ ਕੱਢਿਆ ਐਸਐਚਓ ਸਾਹਿਬ ਨੇ। ਮੇਰਾ ਕੈਮਰਾਮੈਨ ਮੇਰੇ ਨਾਲ ਸੀਗਾ, ਮੈਨੂੰ ਇਹਨਾਂ ਨੇ ਕਿਹਾ ਤੂੰ ਜੋ ਕਰਨਾ ਕਰ ਲੈ, ਮੈਂ ਅਦਾਲਤ 'ਚ ਦਊਂਗਾ ਰਿਪੋਰਟ ਦੇਣਗੇ ਗਲਤ, ਠੀਕ ਹੈ। ਇਹ ਬਚਾ ਰਹੇ ਹੈ ਗੁਰਚਰਨ ਐਸਐਚਓ ਜੋ ਪਟਿਆਲੇ ਲੱਗੇ ਹੋਏ ਹੈ, ਤੇ ਬਚਾ ਰਹੇ ਹੈ ਨਰਪਿੰਦਰ ਸਿੰਘ ਨੂੰ, ਤੇ ਬਚਾ ਰਹੇ ਆ ਇਹ ਮੁੰਸ਼ੀ ਨੂੰ। ਇਹ ਤਿੰਨੋਂ ਬੰਦੇ ਸਸਪੈਂਡ ਹੁੰਦੇ ਇਸ ਕੇਸ ਦੇ ਵਿੱਚ, ਕਿਉਂਕਿ ਇਹਨਾਂ ਨੇ ਮਾਲਖਾਨੇ ਦਾ ਮਾਲ ਜਮ੍ਹਾਂ ਨਹੀਂ ਕਰਾਇਆ। ਫਰਦਾ ਦੇ ਵਿੱਚ ਮੈਂ ਤੁਹਾਨੂੰ ਦਿਖਾ ਚੁੱਕਿਆ, ਸਾਫ਼ ਮਾਨਯੋਗ ਹਾਈ ਕੋਰਟ ਸਾਫ਼ ਕੋਰਟ ਦੇ ਹੁਕਮ ਹੈ ਕਿ ਸਾਨੂੰ ਰਿਪੋਰਟ ਦਿੱਤੀ ਜਾਵੇ। ਹੁਣ ਦੋਸਤੋ, ਫੈਸਲਾ ਤੁਸੀਂ ਕਰਨਾ ਹੈ, ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ। ਮੈਂ ਸਵੇਰ ਦਾ ਉਰੇ ਭੁੱਖਾ ਪਾਣਾ ਉਰੇ ਬੈਠਾ। ਦੇਖੋ, ਇੱਕ ਪੱਤਰਕਾਰ, ਇੱਕ ਲੀਡਿੰਗ ਚੈਨਲ ਦੇ ਪੱਤਰਕਾਰ ਨਾਲ, ਐਡੀਟਰ ਨਾਲ ਇਹ ਗੱਲਾਂ ਕਰ ਰਹੇ ਹੈ, ਕੋਈ ਸੁਣਵਾਈ ਨਹੀਂ ਹੈ, ਨੇਰਗਰਦੀ ਹੈ। ਆਮ ਆਦਮੀ ਪਾਰਟੀ ਆਈ ਹੈ, ਆਪਾਂ ਸੋਚਿਆ ਸੀ ਸਾਨੂੰ ਇਨਸਾਫ ਮਿਲੇਗਾ। ਮੈਡਮ ਨੀਨਾ ਮਿੱਤਲ ਨੇ ਕੱਲ ਮੇਰੀ ਇੱਕ ਕਾਲ ਵੀ ਰਿਸੀਵ ਨਹੀਂ ਕਰੀ। ਉਹਨਾਂ ਦਾ ਜਿਹੜਾ ਪੀਏ ਹੈ ਉਹ ਮੈਨੂੰ ਕਹਿੰਦਾ ਰਿਹਾ ਵੀ ਮੈਂ ਹੁਣੀ ਗੱਲ ਕਰਾਨਾ। ਉਹਨੇ ਇੱਕ ਵਾਰ ਵੀ ਮੇਰੀ ਮੈਡਮ ਨਾਲ ਗੱਲ ਨਹੀਂ ਕਰਾਈ। ਪੁਰਾਣਾ ਦੋਸਤ ਹੈ ਸਾਡਾ, ਅੱਜ ਪੀਏ ਬਣ ਗਿਆ। ਪੀਏ ਬਣ ਕੇ ਮੀਰੀ ਜੀ ਬਹੁਤ ਹੰਕਾਰ ਨਾ ਕਰੋ, ਇਹ ਪਦ ਹਮੇਸ਼ਾ ਨਹੀਂ ਰਹਿਣੇ। ਹਰਦਿਆਲ ਸਿੰਘ ਕੰਬੋਜ ਐਮਐਲਏ ਅੱਜ ਐਮਐਲਏ ਨਹੀਂ ਹੈ, ਠੀਕ ਹੈ ਨਾ, ਉਹ ਵੀ ਇੱਕ ਆਮ ਇਨਸਾਨ ਵਾਂਗਰ ਹੈ, ਠੀਕ ਹੈ ਨਾ। ਐਮਐਲਏ ਲੋਕਾਂ ਨੇ ਬਣਾਏ ਸੀਗੇ ਤੇ ਹੁਣ ਵੀ ਤੁਹਾਨੂੰ ਲੋਕਾਂ ਨੇ ਬਣਾਇਆ। ਜੇ ਤੁਸੀਂ ਇਨਸਾਫ ਨਹੀਂ ਦਵਾ ਸਕਦੇ ਨਾ, ਤੁਹਾਨੂੰ ਇਹੋ ਜਿਹੇ ਪਦਾਂ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਬਾਕੀ ਰਹਿ ਗਏ ਇਹ ਮੁਲਾਜ਼ਮ ਇਹ ਜਿਹੜੇ ਮੇਰੇ ਨਾਲ ਧੱਕਾ ਕਰ ਰਹੇ ਆ, ਮੈਨੂੰ ਜ਼ਬਰਦਸਤੀ ਕਰ ਰਹੇ ਵੀ ਮੈਂ ਗੁਰਚਰਨ ਨਾਲ ਤੇ ਨਰਪਿੰਦਰ ਨਾਲ ਤੇ ਮੈਂ ਉਹ ਮੁੰਸ਼ੀ ਨਾਲ ਫੈਸਲਾ ਕਰਾਂ। ਕਿਉਂਕਿ ਮੈਨੂੰ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਉਹ ਆ ਰਹੇ ਆ, ਹੁਣ ਆ ਰਹੇ ਆ। ਕਿਉਂ ਉਹ ਆ ਕੇ ਕੀ ਕਰਨਗੇ? ਜੋ ਕਾਗਜ਼ਾਂ ਦੇ ਵਿੱਚ ਰਜਿਸਟਰ ਦੇ ਵਿੱਚ ਲਿਖਿਆ, ਮੈਡਮ ਨੀਨਾ ਮਿੱਤਲ ਜੇ ਮੈਨੂੰ ਸੁਣ ਰਹੀ ਹੈ, ਜੋ ਰਜਿਸਟਰ ਦੇ ਵਿੱਚ ਲਿਖਿਆ ਉਹ ਰਿਪੋਰਟ ਬਣਵਾ ਕੇ ਦਿਓ। ਕਿਉਂ ਉਹਨਾਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ? ਕਿਆ ਮਤਲਬ ਹੈ? ਮੁਲਾਜ਼ਮਾਂ ਨੂੰ ਬਚਾ ਰਹੇ ਐਸਐਚਓ ਸਾਹਿਬ। ਜੇ ਮੈਨੂੰ ਹੁਣ ਕੁਝ ਹੁੰਦਾ ਹੈ, ਮੇਰੀ ਮੌਤ ਦੇ ਜ਼ਿੰਮੇਵਾਰ ਐਸਐਚਓ ਜਿਹੜੇ ਐਸਐਚਓ ਹੈਗੇ, ਮੈਂ ਤੁਹਾਨੂੰ ਦੱਸ ਦਵਾਂ, ਇਹ ਤੁਸੀਂ ਦੇਖ ਸਕਦੇ ਹੋ ਰੇ, ਹਰਮਨਪ੍ਰੀਤ ਸਿੰਘ ਚੀਮਾ ਜੀ। ਇਹ ਹਰਮਨਪ੍ਰੀਤ ਸਿੰਘ ਚੀਮਾ ਜੀ ਉਰੇ ਲੱਗੇ ਹੋਏ ਆ ਐਸਐਚਓ ਸਾਹਿਬ। ਇਹ ਮੇਰੇ ਨਾਲ ਲਗਾਤਾਰ ਹੋ ਗਿਆ ਅੱਜ 15 ਦਿਨ ਮੇਰੇ ਨਾਲ ਧੱਕਾ ਕਰ ਰਹੇ ਆ। ਇਹ ਜ਼ਿੰਮੇਵਾਰ ਹੋਣਗੇ। ਨਰਪਿੰਦਰ ASI ਜਿਹੜਾ ਹੁਣ ਐਸਐਚਓ ਖਮਾਣੋ ਲੱਗਿਆ ਉਹ ਜ਼ਿੰਮੇਵਾਰ ਹੋਏਗਾ। ਗੁਰਚਰਨ ਸਿੰਘ ਐਸਐਚਓ ਮੇਰੀ ਮੌਤ ਦਾ ਜ਼ਿੰਮੇਵਾਰ ਹੋਏਗਾ। ਜੇ ਮੈਨੂੰ ਇਹ ਇਨਸਾਫ ਨਹੀਂ ਮਿਲਦਾ, ਜੇ ਮੇਰੀ ਰਿਪੋਰਟ ਨਹੀਂ ਬਣਦੀ ਸਹੀ, ਜੇ ਮੇਰੀ ਰਿਪੋਰਟ ਗਲਤ ਬਣਾਈ ਇਹਨਾਂ ਨੇ, ਤਾਂ ਮੈਂ ਸੱਚੀ ਦੱਸ ਰਿਹਾ ਦੋਸਤੋ ਵੀ ਇਹ ਜ਼ਿੰਮੇਵਾਰ ਹੋਣਗੇ। ਇੱਕ ਐਡੀਟਰ ਜੋ ਲੋਕਾਂ ਦੀ ਆਵਾਜ਼ ਚੱਕਦਾ, ਤੁਸੀਂ ਮੇਰੀ ਕੋਈ ਖਬਰ ਚੱਕ ਕੇ ਦੇਖ ਲਓ, ਮੈਂ ਕਿਸੇ ਪਾਰਟੀ ਨਾਲ ਪੱਖਪਾਤ ਨਹੀਂ ਕਰਦਾ, ਜੋ ਸੱਚੀ ਖਬਰਾਂ ਉਹ ਲਾਨਾ। ਤੇ ਇਹ ਅੱਜ ਮੇਰੇ ਨਾਲ ਧੱਕਾ ਕਰ ਰਹੇ ਆ, ਅੰਦਰ ਬੈਠ ਕੇ ਮੈਨੂੰ ਥ੍ਰੈਟ ਕਰ ਰਹੇ ਆ। ਸਵੇਰ ਦਾ 5 ਵਜੇ ਦਾ ਮੈਨੂੰ ਇਹਨਾਂ ਨੇ ਉਰੇ ਬਿਠਾਇਆ ਵੀ ਹੁਣ ਆਪਾਂ ਰਿਪੋਰਟ ਬਣਾਵਾਂਗੇ। ਦੋਸਤੋ, ਮੈਂ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਹੈ। ਮੈਂ ਕ੍ਰਿਸ਼ਨ ਕੁਮਾਰ ਪੈਂਥੇ ਜੀ ਨੂੰ ਫੋਨ ਕੀਤਾ ਸੀਗਾ, ਉਹਨਾਂ ਨੇ ਵੀ ਇਹਨਾਂ ਨੂੰ ਕਿਹਾ, ਇਹਨਾਂ ਨੂੰ ਕਈ ਬੰਦੇ ਕਹਿ ਚੁੱਕੇ ਆ ਵੀ ਇਹ ਰਿਪੋਰਟ ਜਿਹੜੀ ਸੱਚੀ ਆ ਉਹ ਬਣਾਓ। ਮੈਂ ਇਹਨਾਂ ਨੂੰ ਕੋਈ ਝੂਠੀ ਰਿਪੋਰਟ ਬਣਾਉਣ ਵਾਸਤੇ ਨਹੀਂ ਕਹਿ ਰਿਹਾ। ਰਜਿਸਟਰ ਬਿਲਕੁਲ ਖਾਲੀ ਸੀ, ਹੁਣ ਇਹ ਭਰ ਦੇਣ, ਕੁਝ ਲਿਖ ਦੇਣ, ਤਾਂ ਮੈਂ ਕੋਈ ਤੈਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਅੱਗੇ, ਅੱਜ ਮੈਨੂੰ ਇਨਸਾਫ ਦੀ ਲੋੜ ਹੈ। ਮੈਂ ਤੁਹਾਡੇ ਹਮੇਸ਼ਾ ਕੰਮ ਆਉਂਦਾ ਰਿਹਾ ਤੇ ਕੰਮ ਆਉਂਦਾ ਰਹਾਂਗਾ, ਤੁਹਾਡਾ ਛੋਟਾ ਭਰਾ। ਤੇ ਮੈਂ ਤੁਹਾਨੂੰ ਦੱਸਦਾ, ਹੁਣ ਮੇਰੇ ਤੇ ਕੋਈ ਨਾ ਕੋਈ ਨਜਾਇਜ਼ ਪਰਚਾ ਪਾਉਣ ਦੀ ਕੋਸ਼ਿਸ਼ ਕਰਨਗੇ, ਠੀਕ ਹੈ, ਜਾਂ ਫਿਰ ਮੇਰੇ ਤੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨਗੇ, ਜਾਂ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕਰਨਗੇ, ਜਾਂ ਮੈਨੂੰ ਜ਼ਬਰਦਸਤੀ ਥ੍ਰੈਟ ਕਰਕੇ ਮੇਰੇ ਤੋਂ ਲਿਖਵਾਉਣ ਦੀ ਕੋਸ਼ਿਸ਼ ਕਰਨਗੇ। ਜੋ ਨਰਪਿੰਦਰ ਕਰਦਾ ਆਇਆ, ਜੋ ਉਹਦਾ ਕਿਰਦਾਰ ਹੈ, ਜੋ ਕਰਦਾ ਰਹਿੰਦਾ ਸਾਰਾ ਦਿਨ, ਠੀਕ ਹੈ ਨਾ। ਤੁਹਾਨੂੰ ਪਤਾ ਹੀ ਹੈ ਉਸ ਬੰਦੇ ਦਾ ਵੀ ਉਹ ਕਿਸ ਹਾਲਾਤਾਂ ਦੇ ਵਿੱਚ ਉਰ ਤੋਂ ਬਦਲ ਕੇ ਗਿਆ ਸੀਗਾ। ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਆਪਾਂ ਫੇਰ ਮਿਲਾਂਗੇ, ਜੇ ਜਿੰਦਾ ਰਹੇ ਤਾਂ। ਸੰਦੀਪ ਚੌਧਰੀ, ਨਿਊਜ਼ 89 ਪੰਜਾਬ। ਮੇਰਾ ਨਾਮ ਸ਼ੋਕ ਪ੍ਰੇਮੀ, ਪੱਤਰਕਾਰ, ਟ੍ਰਿਬਿਊਨ ਰਾਜਪੁਰਾ। ਤਾਲਮੇਲ ਕਮੇਟੀ ਦੇ ਸਰ ਕੀ ਲੱਗਦੇ ਹੋ? ਮੈਂ ਤਾਲਮੇਲ ਕਮੇਟੀ ਦਾ ਚੇਅਰਮੈਨ ਹਾਂ। ਤੇ ਸਰ ਅੱਜ ਤੁਸੀਂ ਸਿਟੀ ਥਾਣੇ ਬਾਹਰ ਇਕੱਠੇ ਹੋਏ ਹੋ। ਅੱਜ ਇੱਕ ਸੰਦੀਪ ਚੌਧਰੀ ਜਿਹੜੇ ਐਡੀਟਰ ਨੇ ਨਿਊਜ਼ 89 ਦੇ, ਉਹਨਾਂ ਦਾ ਇੱਕ ਮਾਮਲਾ ਚੱਲ ਰਿਹਾ ਸੀ, ਕੀ ਸੀ ਉਹ ਗੱਲ? ਹੈ ਇਹਨਾਂ ਦਾ 3 ਸਾਲ ਪਹਿਲੇ ਮਾਮਲਾ ਸੀ। ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਇੱਕ ਪਰਚਾ ਦਰਜ ਕੀਤਾ ਸੀ ਪੁਲਿਸ ਨੇ, ਜਿਹਦੇ ਵਿੱਚ ਇਹਨਾਂ ਦਾ ਇੱਕ ਮੋਬਾਈਲ ਔਰ 15,000 ਰੁਪਏ ਇਹਨਾਂ ਨੇ ਆਪਣੇ ਕੋਲ ਬਰਾਮਦੀ ਕਰਕੇ ਰੱਖੇ ਹੋਏ ਸਨ ਇੱਥੇ ਕਰ। ਲੇਕਿਨ ਜੋ ਇਹਨਾਂ ਨੇ ਫਿਰ ਕੋਰਟ ਜਿਹੜਾ ਕੇਸ ਪਾਇਆ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ, ਉੱਥੋਂ ਜਿਹੜੀ ਹੈ FIR ਰੱਦ ਕਰਨ ਦੇ ਜਿਹੜੇ ਹੈ ਆਰਡਰ ਹੋ ਗਏ ਸਨ। ਜਿਹੜੀ ਇਹਨਾਂ ਨੂੰ ਡੇਟ ਪਹਿਲੇ 6 ਤਰੀਕ ਸੀ, ਇਹਨਾਂ ਨੇ ਜਵਾਬ ਦੇਣਾ ਸੀ, ਉੱਥੇ ਰੱਦ ਕਰਕੇ। ਤੇ ਇੱਕ ਜਿਹੜਾ ਇੱਥੇ ਸਮਾਨ ਰੱਖਿਆ ਹੋਇਆ ਸੀ, ਮੋਬਾਈਲ ਔਰ ਜਿਹੜਾ ਹੈਗਾ 15,000 ਰੁਪਈਆ, ਉਹਦੇ ਜਿਹੜੇ ਹੈ ਇਹ ਲੈਣ ਵਾਸਤੇ ਜਿਹੜਾ ਇਹਨਾਂ ਕੋਲ ਆਏ ਸੀ ਵੀ ਤੁਸੀਂ ਜਵਾਬ ਬਣਾ ਕੇ ਕੋਰਟੇ ਦਿਓ। ਤੇ ਇਹਨਾਂ ਨੇ ਚੈੱਕ ਕਰਿਆ, ਜਿਹੜੇ ਉਹ ਇੱਥੇ ਰਿਕਾਰਡ ਇਹਨਾਂ ਦਾ ਉਹ ਨਾ ਤਾਂ ਮੋਬਾਈਲ ਦਰਜ ਹੈ ਔਰ ਨਾ ਹੀ ਜਿਹੜੇ ਉਹਦੇ ਪੈਸੇ ਜਿਹੜੇ ਆ ਉੱਥੇ ਦਰਜ ਹੈ ਜਿਹੜੇ ਇਹਨਾਂ ਦੇ ਰਿਕਾਰਡ ਦੇ ਵਿੱਚ। ਅਸੀਂ ਇਸ ਮਾਮਲੇ 'ਚ SHO ਸਾਹਿਬ ਨੂੰ ਗੱਲ ਕੀਤੀ ਤੇ ਉਹਨਾਂ ਨੇ ਵੀ ਮੰਨਿਆ ਵੀ ਗੱਲ ਹੈ ਰਿਕਾਰਡ ਦੇ ਵਿੱਚ ਇੱਥੇ ਦਰਜ ਨਹੀਂ ਹੈ, ਪਰ ਇਹਨਾਂ ਕੋਲ 15,000 ਰੁਪਈਆ ਨਗਦ ਔਰ ਜਿਹੜਾ ਹੈਗਾ
ਇੱਕ ਮੋਬਾਈਲ ਜਿਹੜਾ ਵੀਵੋ ਦਾ ਜਿਹੜਾ ਇਹਨਾਂ ਦਾ ਹੈਗਾ ਸੀ, ਬਰਾਮਦਗੀ ਕੀਤੀ ਸੀ ਗ੍ਰਿਫਤਾਰੀ ਦੇ ਟਾਈਮ, ਉਹ ਜਿਹੜਾ ਹੈ ਇੱਥੇ ਹੈਗਾ ਤੇ ਉਹ ਲੇਕਿਨ ਰਿਕਾਰਡ ਸਟਾਕ ਦੇ ਵਿੱਚ ਜਿਹੜਾ ਦਰਜ ਨਹੀਂ ਹੈ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਹੈਗਾ, ਉਹ ਕਹਿੰਦਾ ਜਿਹੜੀ ਰਿਪੋਰਟ ਹੈ ਮੈਂ ਜਿਹੜੀ ਹੈ ਇਹਦੇ 'ਚ ਕੋਈ ਸਾਨੂੰ ਡਾਊਟ ਸੀ, ਇਹ ਜਿਹੜੇ ਸ਼ਿਕਾਇਤਕਰਤਾ ਹੈ ਉਹਨਾਂ ਨੂੰ ਵੀ ਡਾਊਟ ਸੀਗਾ ਵੀ ਇਹ ਜਿਹੜੇ ਕੋਈ ਪੁਲਿਸ ਦੀ ਫੇਵਰ ਨਾ ਕਰਨ, ਕੋਈ ਰਿਕਾਰਡ ਦੇ ਵਿੱਚ ਛੇੜਛਾੜ ਨਾ ਕਰਨ। SHO ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਸ ਤਰੀਕੇ ਦਾ ਹੀ ਰਿਕਾਰਡ ਹੈਗਾ ਇੱਥੇ ਇਸ ਵੇਲੇ, ਉਹ ਪੰਨਾ ਵਿੱਚ ਖਾਲੀ ਛੱਡਿਆ ਉਹਨਾਂ ਨੇ ਵੀ ਉਹ ਐਜ਼ ਇਟ ਇਜ਼ ਐਵੇਂ ਦਾ ਐਵੇਂ ਹੀ ਰਹੂਗਾ। ਨਾ ਮੈਂ ਪੁਰਾਣੀ ਡੇਟ ਦੇ ਵਿੱਚ ਕੋਈ ਐਂਟਰੀ ਕਰਾਂਗਾ ਔਰ ਨਾ ਹੀ ਕੋਈ ਹੋਰ ਮੋਬਾਈਲ ਲਿਆ ਕੇ ਇੱਥੇ ਅਸੀਂ ਐਂਟਰੀ ਕਰਾਂਗੇ। ਜੋ ਓਰੀਜਨਲ ਹੈ, ਜੋ ਸੱਚਾਈ ਹੈ, ਉਹ ਸਾਰਾ ਨੂੰ ਪੇਸ਼ ਕਰਾਂਗਾ। ਇਹ ਸਾਨੂੰ ਵਿਸ਼ਵਾਸ ਦਿਵਾਇਆ ਹੈ ਉਹਨਾਂ ਨੇ ਜਿਹੜਾ ਜੀ SHO ਕੁਝ ਸਾਹਿਬ। ਟਾਈਮ ਪਹਿਲਾਂ ਸੰਦੀਪ ਚੌਧਰੀ ਆਪਣੇ ਪੇਜ ਤੇ ਲਾਈਵ ਹੁੰਦੇ ਤੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਨੂੰ ਮੇਰੀ ਜਾਨ ਮਾਲ ਦਾ ਖਤਰਾ ਹੈ। ਇਹ ਅਕਸਰ ਇਹੋ ਜਿਹਾ ਕਿਉਂ ਹੁੰਦਾ ਜਦ ਵੀ ਕੋਈ ਆਪਣੀ ਆਵਾਜ਼ ਚੱਕਦਾ ਹੈ ਤੇ ਉਹਨੂੰ ਜਾਨ ਮਾਲ ਦਾ ਖਤਰਾ ਹੋ ਜਾਂਦਾ? ਇਹੋ ਜੀ ਕੀ ਗੱਲ ਹੋਈ ਹੈ, ਤੁਹਾਨੂੰ ਦੱਸਿਆ ਸੰਦੀਪ ਚੌਧਰੀ ਨੇ ਕੁਝ? ਬਿਲਕੁਲ ਇਹ ਹੁੰਦਾ ਹੈ। ਗੱਲ ਇਹ ਹੈ ਕਿ ਇਹਨਾਂ ਨੂੰ ਦਬਾਅ ਪੈ ਰਹੇ ਹੈ ਪਿਛਲੇ ਹੁਣ, ਕਿਉਂਕਿ ਰਾਜਨੀਤੀ ਤੋਂ ਪ੍ਰੇਰਿਤ ਕੇਸ ਹੈ। ਹੋਰ ਜਿਹੜੇ ਕਈ ਨੇਤਾ ਜਿਹੜੇ ਪੁਲਿਸ ਅਫਸਰ ਦੇ ਨਾਲ ਮਿਲੇ ਹੋਏ ਆ, ਉਹ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ। ਇਸ ਕਰਕੇ ਜਿਹੜਾ ਹੈ ਇਹ ਦਬਾਅ ਜਿਹੜਾ ਪੈ ਰਿਹਾ, ਉਸ ਕਰਕੇ ਇਹਨਾਂ ਨੂੰ ਖਤਰਾ ਹੈਗਾ ਕਿ ਮੇਰੇ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਦੁਬਾਰਾ ਹੋ ਸਕਦੀ ਹੈ। ਇਹਨਾਂ ਦੇ ਮਨ 'ਚ ਇਹੀ ਡਰ। ਹੁਣ ਤੁਹਾਨੂੰ ਪੂਰਾ ਭਰੋਸਾ ਦਿਵਾਇਆ ਜੀ SHO? ਹਾਂਜੀ ਬਿਲਕੁਲ SHO ਸਾਹਿਬ ਨੇ ਪੂਰਾ ਭਰੋਸਾ ਦਿਵਾਇਆ ਵੀ ਮੈਂ ਜੋ ਵੀ ਰਿਕਾਰਡ ਹੈਗਾ ਐਜ਼ ਇਟ ਇਜ਼ ਰਹੂਗਾ। ਉਹਨਾਂ ਨੇ ਮੰਨਿਆ ਸਾਡੇ ਸਾਹਮਣੇ ਵੀ ਰਿਕਾਰਡ ਦੇ ਵਿੱਚ ਪੇਜ ਜਿਹੜਾ ਖਾਲੀ ਛੱਡਿਆ ਗਿਆ ਉਹਨੂੰ ਮੈਂ ਕਦੇ ਵੀ ਪੁਰਾਣੀ ਡੇਟ ਦੇ ਵਿੱਚ ਫਿਲ ਨਹੀਂ ਕਰੂੰਗਾ, ਐਜ਼ ਇਟ ਇਜ਼ ਰਹੂਗਾ। ਜੋ ਰਿਕਾਰਡ ਹੈ ਜੇ ਮੈਨੂੰ ਅੱਜ ਦੇਣਗੇ ਮੋਬਾਈਲ ਜਾਂ ਪੈਸੇ, ਮੈਂ ਅੱਜ ਦੀ ਡੇਟ 'ਚ ਜਮ੍ਹਾਂ ਕਰੂੰਗਾ, ਨਾ ਕਿ ਪਿਛਲੀ ਡੇਟ 'ਚ। ਪ੍ਰੇਮੀ ਜੀ, ਤੁਸੀਂ ਚੇਅਰਮੈਨ ਹੋ ਤਾਲਮੇਲ ਕਮੇਟੀ ਦੇ। ਜਿਸ ਤਰੀਕੇ ਨਾਲ ਪੰਜਾਬ ਦੇ ਮਾਹੌਲ ਚੱਲ ਰਿਹਾ, ਜਿਹੜਾ ਵੀ ਆਵਾਜ਼ ਚੱਕਦਾ ਹੈ, ਜਿਹੜਾ ਵੀ ਫੇਮਸ ਹੁੰਦਾ, ਜਿਹੜਾ ਪੈਸਾ ਕਮਾਉਂਦਾ, ਉਹਨੂੰ ਮਾਰ ਦਿੱਤਾ ਜਾਂਦਾ ਹੈ। ਹੁਣ ਸੰਦੀਪ ਚੌਧਰੀ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਸਾਫ਼-ਸਾਫ਼ ਕਿਹਾ ਕਿ ਮੇਰੀ ਜਾਨ ਮਾਲ ਨੂੰ ਖਤਰਾ ਹੈ। ਤੁਸੀਂ ਤਾਲਮੇਲ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਦੀ ਹਿਫਾਜ਼ਤ ਕਿਸ ਤਰੀਕੇ ਨਾਲ ਕਰੋਗੇ? ਬਿਲਕੁਲ ਅਸੀਂ ਇਹਨਾਂ ਦੇ ਨਾਲ ਆ। ਸਾਰੇ ਜਿਹੜੇ ਪੱਤਰਕਾਰ ਰਾਜਪੁਰੇ ਦੇ ਜਿੰਨੇ ਆ, ਸਾਰੇ ਇਹਨਾਂ ਦੇ ਨਾਲ ਆ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਹਾ ਵੀ ਜਿੱਥੇ ਵੀ ਕੋਈ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਾਰਾ ਪੱਤਰਕਾਰ ਜਿਹੜਾ ਹੈਗਾ ਰਾਜਪੁਰੇ ਦਾ ਇਹਨਾਂ ਦੇ ਨਾਲ ਆ। ਮੇਰਾ ਸੰਦੀਪ ਚੌਧਰੀ ਹੈ, ਮੈਂ ਨਿਊਜ਼ 89 ਪੰਜਾਬ ਦਾ ਚੀਫ ਐਡੀਟਰ ਹਾਂ। ਮੇਰਾ ਨਿਊਜ਼ ਚੈਨਲ ਹੈ। ਸਰ ਤੁਸੀਂ ਇੱਥੇ ਥਾਣੇ ਬਾਹਰ ਕਰਿਓ, ਹੁਣ ਤੁਸੀਂ ਇੱਕ ਲਾਈਵ ਕੀਤਾ ਸੀ, ਕੀ ਮਾਮਲਾ ਸੀ ਜੀ? ਸਰ ਮੈਂ ਨਾ ਅੱਜ ਤੋਂ ਮੇਰੇ 2018 ਦੇ ਵਿੱਚ ਮੇਰੇ ਤੇ ਇੱਕ ਮੁਕੱਦਮਾ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਨਜਾਇਜ਼ ਤੌਰ ਤੇ ਪੋਲੀਟੀਕਲ ਸਟੰਟ ਕਰਕੇ ਦਰਜ ਕੀਤਾ ਗਿਆ ਸੀਗਾ ਤੇ ਉਸ ਵਿੱਚ ਮੈਂ 1 ਮਹੀਨਾ ਜੇਲ੍ਹ ਵੀ ਲਾਈ ਸੀ। ਤੇ ਸਰ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਤੋਂ ਮੇਰੀ ਕੁਐਸ਼ਿੰਗ ਹੋ ਚੁੱਕੀ ਹੈ, ਮੇਰੀ FIR ਜਿਹੜੀ ਹੈ ਕੈਂਸਲ ਹੋ ਚੁੱਕੀ ਹੈ ਤੇ ਮੇਰਾ ਜਿਹੜਾ ਸਮਾਨ ਸੀਗਾ, ਮੇਰਾ ਇੱਕ ਵੀਵੋ ਦਾ ਮੋਬਾਈਲ ਤੇ ਮੇਰੇ 15,000 ਰੁਪਏ ਜਿਹੜੇ ਥਾਣੇ ਦੇ ਵਿੱਚ ਮੇਰੇ ਤੋਂ ਬਰਾਮਦ ਕੀਤੇ ਗਏ ਸੀ। ਇਹਨਾਂ ਨੇ ਜ਼ਬਰਦਸਤੀ ਘਰ ਤੋਂ ਮੰਗਵਾ ਕੇ ਮੇਰਾ ਚੀਜ਼ਾਂ ਬਰਾਮਦ ਕਰਕੇ ਅੰਦਰ ਪਾਈਆਂ ਸੀਗੀਆਂ ਤੇ ਮੈਂ ਮਾਨਯੋਗ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਾਈ ਸੀ ਕਿ ਮੇਰਾ ਸਮਾਨ ਜਿਹੜਾ ਮੈਨੂੰ ਵਾਪਸ ਦਿੱਤਾ ਜਾਵੇ। ਤੇ ਜਦ ਮੈਂ ਉਹ ਸਮਾਨ ਜਿਹੜੀ ਮਾਨਯੋਗ ਹਾਈ ਕੋਰਟ ਨੇ ਉਰੇ ਇੱਕ ਐਪਲੀਕੇਸ਼ਨ ਭੇਜੀ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਇਹਦਾ ਸਮਾਨ ਪਿਆ ਕਿ ਨਹੀਂ। ਮੈਨੂੰ ਉਰੇ ਜਦ ਮੈਂ ਰਜਿਸਟਰ ਦੇਖਿਆ ਸੀ, ਮੇਰੇ ਨਾਲ ਜਿਹੜੇ ਸੀਨੀਅਰ ਪੱਤਰਕਾਰ ਹੈ ਦਇਆ ਸਿੰਘ ਮੌਜੂਦ ਸੀਗੇ। ਅਸੀਂ ਦੋਨਾਂ ਨੇ ਰਜਿਸਟਰ ਦੇਖਿਆ ਸੀ। ਰਜਿਸਟਰ ਦੇ ਵਿੱਚ ਮੈਡਮ ਜਿਹੜੇ ਮੁਨਸ਼ੀ ਆ ਉਹਨਾਂ ਨੇ ਦੱਸਿਆ ਸੀ ਕਿ ਇੱਕ ਗੱਡੀ ਸੀ ਉਹ ਤੁਸੀਂ ਜ਼ਮਾਨਤ ਤੇ ਲੈ ਚੁੱਕੇ ਹੋ, ਜ਼ਮਾਨਤ ਦੀ ਕਾਗਜ਼ ਲੱਗੇ ਹੋਏ ਆ ਤੇ ਜਿਹੜਾ ਵੀ ਉਹ ਮੋਬਾਈਲ ਤੇ ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ ਉਹ ਸਾਡੇ ਕੋਲ ਉਰੇ ਕੋਈ ਜਮ੍ਹਾਂ ਨਹੀਂ ਹੈ ਕਾਗਜ਼ਾਂ ਦੇ ਵਿੱਚ ਵੀ ਉਹ ਉਰੇ ਜਮ੍ਹਾਂ ਨਹੀਂ ਕਰਾਇਆ ਗਿਆ। ਤੇ ਮੈਂ ਮੈਡਮ ਨੂੰ ਜਦ ਫਰਦਾਂ ਦਿਖਾਈਆਂ ਚਲਾਨ ਦੀਆਂ ਵੀ ਮੈਡਮ ਮੇਰੇ ਤਾਂ ਸਮਾਨ ਵਿੱਚ ਹੈਗਾ ਤੇ ਮੈਂ ਹੁਣ ਕਿੱਥੇ ਜਾਵਾਂ, ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ SHO ਸਾਹਿਬ ਰਿਪੋਰਟ ਕਰ ਦੇਣਗੇ। ਉਸ ਤੋਂ ਬਾਅਦ ਜਦ ਮੈਂ 6 ਤਰੀਕ ਨੂੰ ਗਿਆ ਉੱਥੇ ਕੋਰਟ ਦੇ ਵਿੱਚ ਤੇ SHO ਸਾਹਿਬ ਨੇ ਰਿਪੋਰਟ ਨਹੀਂ ਕੀਤੀ ਸੀਗੀ ਤੇ ਮਾਨਯੋਗ ਜੱਜ ਸਾਹਿਬ ਨੇ 14 ਤਰੀਕ ਪਾਤੀ ਸੀਗੀ ਇਸ ਚੀਜ਼ ਦੀ ਵੀ ਦੁਬਾਰਾ ਰਿਪੋਰਟ ਮੰਗੀ ਆ ਉਹਨਾਂ ਤੋਂ। ਤੇ ਜਦ ਮੈਂ ਪੂਰੇ SHO ਸਾਹਿਬ ਕੋਲ ਆਇਆ ਵੀ ਤੁਸੀਂ ਰਿਪੋਰਟ ਨਹੀਂ ਕਰੀ ਸਰ, ਵੀ ਰਿਪੋਰਟ ਤਾਂ ਕਰਨੀ ਸੀਗੀ ਵੀ ਕਿੰਨੀ ਦੇਰ ਲੱਗਦੀ ਹੈ ਵੀ ਉਸ 'ਚ ਤਾਂ ਹੈ ਹੀ ਨਹੀਂ ਸਮਾਨ। ਤੇ ਉਹ ਕਹਿੰਦੇ ਵੀ ਜਿਹੜੇ ਗੁਰਚਰਨ SHO ਹੈਗੇ ਉਹ ਲੱਗੇ ਹੋਏ ਪਟਿਆਲੇ ਤੇ ਜਿਹੜਾ ਨਰਪਿੰਦਰ IO ਸੀਗਾ ਉਹ ਖਮਾਣੋ SHO ਲੱਗਿਆ ਹੋਇਆ ਤੇ ਮੁੰਸ਼ੀ ਜੀ ਜਿਹੜੇ ਸੀਗੇ ਉਸ ਟਾਈਮ ਦੇ ਜਿਨ੍ਹਾਂ ਨੇ ਸਮਾਨ ਜਮ੍ਹਾਂ ਕਰਨਾ ਸੀਗਾ ਤੇ ਉਹ ਬਨੂੜ ਲੱਗੇ ਹੋਏ ਆ। ਇਹਨਾਂ ਨੇ ਕਿਹਾ ਵੀ ਉਹ ਆ ਜਾਣ ਮੈਂ ਵੈਰੀਫਾਈ ਕਰ ਲਵਾਂ ਤੇ ਜਦ ਕਿ ਕੋਈ ਵੈਰੀਫਾਈ ਨਹੀਂ, ਜੋ ਰਜਿਸਟਰ ਦੇ ਵਿੱਚ ਲਿਖਿਆ ਮਾਨਯੋਗ ਕੋਰਟ ਨੇ ਉਹੀ ਇਹਨਾਂ ਤੋਂ ਰਿਪੋਰਟ ਮੰਗੀ ਸੀ। ਇਹ ਜਾਣ ਕੇ ਜਿਹੜਾ ਹੈ ਆਪਣੇ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਮੈਨੂੰ ਪਤਾ ਇਹ ਲੱਗਿਆ ਕਿ ਜੇ ਸਮਾਨ ਕੋਈ ਵੀ ਅਫਸਰ ਜਮ੍ਹਾਂ ਨਹੀਂ ਕਰਾਉਂਦਾ ਅੰਦਰ ਉਹ ਸਸਪੈਂਡ ਵੀ ਹੋ ਸਕਦਾ ਹੈ, ਵੀ ਇੱਥੇ ਤੱਕ ਗੱਲ ਪਹੁੰਚ ਸਕਦੀ ਕਿ ਉਹ ਸਸਪੈਂਡ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਲਗਾਤਾਰ ਮੈਨੂੰ ਗੁਰਚਰਨ SHO ਨਰਪਿੰਦਰ ਤੇ ਜਿਹੜੇ ਹੈ ਮੁੰਸ਼ੀ ਇਹਨਾਂ ਦੇ ਬੰਦੇ ਜਿਹੜੇ ਮੈਨੂੰ ਲਗਾਤਾਰ ਸੰਪਰਕ ਕਰ ਰਹੇ ਹੈ। ਕਦੀ ਔਰ ਕਿਸੇ ਵੀ ਸ਼ਹਿਰਦਾਰ ਬੰਦੇ ਤੋਂ ਫੋਨ ਕਰਾਉਂਦੇ ਆ ਵੀ ਅਸੀਂ ਤੈਨੂੰ ਨਵਾਂ ਮੋਬਾਈਲ ਲੈ ਦਿੰਦੇ ਆ ਤੇ ਪੈਸੇ ਦੇ ਦਿੰਦੇ ਆ ਜਿੰਨੇ ਤੂੰ ਕਹਿੰਦਾ ਤੂੰ ਇਹ ਅੰਦਰ ਜਿਹੜਾ ਹੈ ਲਿਖ ਕੇ ਦੇ ਦੇ ਵੀ ਮੈਨੂੰ ਮੇਰਾ ਮੋਬਾਈਲ ਤੇ ਮੇਰਾ ਸਭ ਕੁਝ ਜਿਹੜਾ ਮਿਲ ਗਿਆ, ਅਸੀਂ ਰਿਪੋਰਟ ਇਹ ਕਰ ਦਾਂਗੇ। ਤੇ ਜਦ ਮੈਂ ਇਸ ਚੀਜ਼ ਨੂੰ ਇਨਕਾਰ ਕੀਤੀ ਹੈ ਤੇ ਮੈਂ SHO ਸਾਹਿਬ ਕੋਲ ਹੁਣ ਆਇਆ। ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੂੰ 12 ਵਜੇ ਆਈ, ਵੀ ਉਹ ਗੁਰਚਰਨ ਵਗੈਰਾ ਅਸੀਂ ਸਾਰੇ ਬੁਲਾਏ ਹੋਏ ਆ ਤੇ ਉਹਨਾਂ ਨੂੰ ਬੁਲਾਉਣ ਦਾ ਕੀ ਮਤਲਬ ਹੈ? ਮੈਨੂੰ ਥ੍ਰੈਟ ਕਰਨਾ ਚਾਹੁੰਦੇ ਆ ਇਹ ਉਰੇ ਥਾਣੇ 'ਚ ਬੁਲਾ ਕੇ। ਪਹਿਲਾਂ ਵੀ ਮੇਰੇ ਨਾਲ ਧੱਕਾ ਹੋ ਚੁੱਕਿਆ ਹੈ, ਨਜਾਇਜ਼ ਮੈਂ 1 ਮਹੀਨਾ ਜੇਲ੍ਹ ਲਾਈ ਹੈ ਤੇ ਹੁਣ ਵੀ ਮੇਰੇ ਨਾਲ ਇਹ ਧੱਕਾ ਕਰ ਰਹੇ ਆ। ਤੇ ਮੈਨੂੰ ਜਾਣ ਕੇ SHO
ਸਾਹਿਬ ਰੋਬ ਦਿਖਾ ਕੇ ਆਪਣੀ ਕੁਰਸੀ ਦਾ ਤੇ ਮੈਨੂੰ ਕਹਿ ਰਹੇ ਆ ਵੀ ਤੂੰ ਜਾ, ਅਸੀਂ ਇਹ ਕੋਰਟ 'ਚ ਦੇਵਾਂਗੇ ਰਿਪੋਰਟ ਵੀ ਇਹ ਜਿਹੜਾ ਮੈਨੂੰ ਜਿੱਥੇ ਤੱਕ ਆਸ਼ੰਕਾ ਜਤਾਈ ਜਾ ਰਹੀ ਹੈ ਮੇਰੇ ਦਿਲ ਦੀ ਹੈ, ਕਿਉਂਕਿ ਮੈਂ ਵੀ ਇਸ ਲਾਈਨ ਦੇ ਵਿੱਚ ਆ, ਮੈਂ ਰੋਜ਼ ਇਹੋ ਜਿਹੇ ਕੇਸ ਦੇਖਦਾ ਵੀ ਇਹ ਜਿਹੜਾ ਹੈਗਾ ਅਫਸਰਾਂ ਨਾਲ ਮਿਲ ਕੇ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੇਰੇ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ। ਜਦ ਮੈਂ ਮੈਡਮ ਨੀਨਾ ਮਿੱਤਲ MLA ਜਿਹੜੇ ਹੈਗੇ ਸ਼ਹਿਰ ਦੇ ਉਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਪੂਰਾ ਦਿਨ, ਕੱਲ ਮੈਂ 9 ਵਜੇ ਤੱਕ ਉਹਨਾਂ ਨੂੰ ਫੋਨ ਕਰਦਾ ਰਿਹਾ, ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਜਦ ਉਹ MLA ਨਹੀਂ ਸੀ, ਉਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਪੁਲਿਸ ਧੱਕਾ ਨਹੀਂ ਕਰੇਗੀ ਜਦ ਸਾਡੀ ਸਰਕਾਰ ਆ ਜਾਏਗੀ। ਮੈਨੂੰ ਤਾਂ ਕੁਝ ਲੱਗਦਾ ਨਹੀਂ ਵੀ ਕੋਈ ਫਰਕ ਪਿਆ, ਸਿਰਫ ਚਿਹਰੇ ਬਦਲੇ ਹੈ, ਅਫਸਰ ਉਹੀ ਦੇ ਉਹੀ ਹੈ, ਕੰਮ ਉਹੀ ਚੱਲ ਰਹੇ ਹੈ ਸਾਰੇ, ਮੇਰੇ ਨਾਲ ਧੱਕਾ ਹੋ ਰਿਹਾ ਹੈ। ਮੈਂ ਹੁਣ ਵੀਡੀਓ ਵੀ ਵਾਇਰਲ ਕੀਤੀ ਹੈ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਤੁਸੀਂ ਕੀ ਮੰਗ ਕਰਦੇ ਹੋ ਜੀ? ਮੈਂ ਮੰਗ ਇਹ ਕਰਦਾ ਕਿ ਜੋ ਰਜਿਸਟਰ ਦੇ ਵਿੱਚ ਮੈਂ ਖਾਲੀ ਦੇਖਿਆ, ਗਵਾਹ ਜਿਹੜੇ ਮੇਰੇ ਨਾਲ ਦਇਆ ਸਿੰਘ ਸੀਗੇ ਉਹਨਾਂ ਨੇ ਦੇਖਿਆ ਵੀ ਰਜਿਸਟਰ ਦੇ ਵਿੱਚ ਕੁਝ ਚੀਜ਼ ਮੈਂਸ਼ਨ ਨਹੀਂ ਹੈ, ਵੀ ਉਹੀ ਰਿਪੋਰਟ ਜਿਹੜੀ SHO ਸਾਹਿਬ ਕਰਨ। ਹੁਣ ਉਹ ਕਹਿੰਦੇ ਮੈਂ ਇਹੀ ਰਿਪੋਰਟ ਕਰ ਦਾਂਗਾ, ਫਿਰ ਉਹ ਕਿਉਂ ਮੇਰੇ ਤੋਂ ਅਫਸਰਾਂ ਦੇ ਫੋਨ ਕਰਾਈ ਜਾ ਰਹੇ, ਕਿਉਂ ਉਹਨਾਂ ਨੂੰ ਟਾਈਮ ਦੇ ਰਹੇ ਆ? ਕਿਤੇ ਲਾਅ 'ਚ ਲਿਖਿਆ ਵੀ ਮੁਦਈ ਨੂੰ, ਜਿਹੜਾ ਮੁਦਈ ਹੈਗਾ ਜਿਹਨੇ ਐਪਲੀਕੇਸ਼ਨ ਲਾਈ ਹੈ ਸਮਾਨ ਦੀ, ਵੀ ਉਹ ਜਿਹੜੇ ਅਫਸਰ ਹੈਗੇ ਜਿਨ੍ਹਾਂ ਨੇ ਸਮਾਨ ਉਹਨਾਂ ਨੂੰ ਆਪਸ ਵਿੱਚ ਮੁਲਾਕਾਤ ਕਰਾਉਣ, ਉਹਨਾਂ ਦੀ ਆਪਸ ਦੇ ਵਿੱਚ ਉਹਨਾਂ ਦਾ ਸਮਝੌਤਾ ਕਰਾਉਣ। ਕਿਆ ਇਹ SHO ਸਾਹਿਬ ਇਹ ਕੰਮ ਕਰ ਰਹੇ ਆ? ਉਰੇ ਤੁਸੀਂ ਉੱਚ ਅਧਿਕਾਰੀਆਂ ਨਾਲ ਕੋਈ ਗੱਲ ਕੀਤੀ ਜੀ? ਉੱਚ ਅਧਿਕਾਰੀ ਮੈਂ ਕਿਸ਼ਨ ਕੁਮਾਰ ਪੈਂਥੇ ਜੀ ਨੂੰ ਫੋਨ ਕੀਤਾ ਸੀਗਾ, ਉਹਨਾਂ ਨੂੰ ਮੈਂ ਕਿਹਾ ਸੀ ਕਿ ਮੈਨੂੰ ਇਨਸਾਫ ਦਿਵਾਓ, ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਇਹਨਾਂ ਨੂੰ ਫੋਨ ਕੀਤਾ ਸੀ, ਲੇਕਿਨ SHO ਸਾਹਿਬ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈ। ਮੈਨੂੰ ਲੱਗਦਾ ਕਿ ਮੇਰੇ ਨਾਲ 14 ਤਰੀਕ ਨੂੰ ਵੀ ਜਿਹੜਾ ਧੱਕਾ ਹੋਏਗਾ ਵੀ ਇਹ ਉਸ ਤੋਂ ਪਹਿਲਾਂ ਜਾਂ ਤਾਂ ਮੇਰੇ ਤੇ ਕੋਈ ਨਜਾਇਜ਼ ਪਰਚਾ ਦੇ ਦੇਣਗੇ, ਕਿਉਂਕਿ ਮੈਨੂੰ ਚੁੱਪ ਕਰਾਉਣ ਵਾਸਤੇ, ਕਿਉਂਕਿ ਇਸ ਵਿੱਚ ਵੱਡੇ ਵੱਡੇ ਅਫਸਰ ਇਨਵੋਲਵ ਹੈ, ਉਹਨਾਂ ਦੀ ਵਰਦੀ ਜਾਂਦੀ ਹੈ, ਉਹਨਾਂ ਦੀ ਨੌਕਰੀ ਜਾਂਦੀ ਹੈ, ਸਸਪੈਂਡ ਤੱਕ ਹੋ ਸਕਦੇ ਮਾਨਯੋਗ ਕੋਰਟ ਤੋਂ। ਮੈਨੂੰ ਡਰ ਹੈ ਵੀ ਮੇਰੇ ਤੇ ਦੁਬਾਰਾ ਤੋਂ ਜਿਹੜਾ ਹੈ ਪਰਚਾ, ਮੇਰੇ ਤੇ ਕੋਈ ਨਾ ਕੋਈ ਨਜਾਇਜ਼ ਪਰਚਾ ਦੇਣਗੇ ਇਹ ਵੀ, ਜਾਂ ਫਿਰ ਮੈਨੂੰ ਇਹ ਦਬਾਅ ਪਵਾ ਕੇ ਮੇਰੇ ਤੋਂ ਫੈਸਲਾ ਕਰਨਗੇ। ਇਹ ਮੈਨੂੰ ਕਦੀ ਪੈਸੇ ਦੀ ਲਾਲਚ ਦੇ ਰਹੇ ਆ, ਕਦੀ ਮੈਨੂੰ ਨਵੇਂ ਮੋਬਾਈਲ ਦੀ। ਮੈਨੂੰ ਨਹੀਂ ਚਾਹੀਦਾ, ਮੈਨੂੰ ਮੇਰਾ ਮੋਬਾਈਲ ਚਾਹੀਦਾ, ਕਿਉਂਕਿ ਉਸ ਵਿੱਚ ਮੇਰੇ ਬੱਚਿਆਂ ਦੀ ਫੋਟੋਆਂ, ਮੇਰੇ ਆਫਿਸ ਦੇ ਡਾਕੂਮੈਂਟ, ਮੇਰਾ ਸਾਰਾ ਕੁਝ ਆ, ਮੈਨੂੰ ਤਾਂ ਉਹੀ ਮੋਬਾਈਲ ਚਾਹੀਦਾ।